ਮੇਰਾ ਨਾਮ ਕ੍ਰਿਸ਼ਮਾ ਹੈ ਅਤੇ ਮੇਰੀ ਉਮਰ 20 ਸਾਲ ਹੈ। ਅਸੀਂ ਆਪਣੇ ਮਾਤਾ ਪਿਤਾ ਦੇ 2 ਹੀ ਬੱਚੇ ਹਾਂ, ਇੱਕ ਮੇਰੀ ਵੱਡੀ ਦੀਦੀ ਅਤੇ ਦੂਜੀ ਮੈਂ। ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਚੱਲ ਰਹੀ ਸੀ, ਪਰ ਅਚਾਨਕ ਹੀ ਸਭ ਕੁਝ ਬਦਲ ਗਿਆ। ਜਦੋਂ ਮੇਰੇ ਜੀਜੇ ਦਾ ਰਿਸ਼ਤਾ ਮੇਰੀ ਦੀਦੀ ਦੇ ਲਈ ਆਇਆ ਤਾਂ ਸਾਡੇ ਘਰ ਦੇ ਵਿੱਚ ਇੱਕ ਅਲੱਗ ਹੀ ਮਾਹੌਲ ਬਣ ਗਿਆ ਸੀ। ਮੇਰੀ ਦੀਦੀ ਇੱਕ ਲੜਕੇ ਨੂੰ ਪਸੰਦ ਕਰਦੀ ਸੀ। ਉਹ ਉਹਨਾਂ ਦੇ ਕਾਲਜ ਦੇ ਵਿੱਚ ਪੜ੍ਹਦਾ ਸੀ। ਉਹਨਾਂ ਦੋਨਾਂ ਦੇ ਵਿਚਕਾਰ ਬਹੁਤ ਚੰਗੀ ਦੋਸਤੀ ਸੀ। ਮੈਂ ਦੀਦੀ ਦੇ ਨਾਲ ਹੀ ਸੌਂਦੀ ਸੀ, ਇਸ ਕਰਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਪਤਾ ਸਨ। ਮੇਰੀ ਦੀਦੀ ਉਸ ਲੜਕੇ ਦੇ ਨਾਲ ਬਹੁਤ ਪਿਆਰ ਕਰਦੀ ਸੀ। ਉਸ ਦਾ ਨਾਮ ਰਾਜ ਸੀ। ਇੱਕ ਦਿਨ ਦੀਦੀ ਰਾਜ ਦੇ ਨਾਲ ਮੋਬਾਈਲ ਤੇ ਗੱਲ ਕਰ ਰਹੀ ਸੀ ਜਦੋਂ ਅਚਾਨਕ ਉਹ ਰੋਣ ਲੱਗੀ। ਮੈਂ ਜੋ ਆਪਣੇ ਬਿਸਤਰੇ ਤੇ ਪਈ ਮੋਬਾਈਲ ਚਲਾ ਰਹੀ ਸੀ। ਅਚਾਨਕ ਮੇਰਾ ਧਿਆਨ ਦੀਦੀ ਦੇ ਵੱਲ ਹੋਣ ਲੱਗਿਆ। ਉਹ ਲੜਕੇ ਅੱਗੇ ਬੇਨਤੀ ਕਰ ਰਹੀ ਸੀ, ਪਲੀਜ਼ ਰਾਜ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਹੀ ਮੰਮੀ ਪਾਪਾ ਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ ਹੈ। ਜੇਕਰ ਤੁਸੀਂ ਰਿਸ਼ਤਾ ਲੈ ਕੇ ਨਹੀਂ ਆਏ ਤਾਂ ਮੁਸੀਬਤ ਖੜੀ ਹੋ ਜਾਵੇਗੀ। ਪਾਪਾ ਦੇ ਦੋਸਤ ਅਤੇ ਮੰਮੀ ਦੀ ਕਜ਼ਨ ਦੋਨੇ ਹੀ ਆਪਣੇ ਬੇਟੇ ਦਾ ਰਿਸ਼ਤਾ ਮੇਰੇ ਲਈ ਲੈ ਕੇ ਆਉਣਾ ਚਾਹੁੰਦੇ ਹਨ। ਜੇਕਰ ਘਰ ਦੇ ਵਿੱਚ ਰਿਸ਼ਤਾ ਆ ਗਿਆ ਤਾਂ ਪਾਪਾ ਕਿਸੇ ਵੀ ਹਾਲਤ ਦੇ ਵਿੱਚ ਮਨਾ ਨਹੀਂ ਕਰਨਗੇ। ਤੁਸੀਂ ਇਹ ਮੇਰੀ ਪਰੇਸ਼ਾਨੀ ਨਹੀਂ ਸਮਝ ਰਹੇ। ਦੀਦੀ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਅਤੇ ਮੈਂ ਵੀ ਪਰੇਸ਼ਾਨ ਹੋ ਕੇ ਉੱਠ ਗਈ ਸੀ। ਇਹ ਗੱਲ ਤਾਂ ਸੱਚ ਸੀ ਕਿ ਅੱਜ ਖਾਣੇ ਦੇ ਟੇਬਲ ਤੇ ਮੰਮੀ ਨੇ ਇਸ ਬਾਰੇ ਗੱਲ ਕੀਤੀ ਸੀ। ਪਾਪਾ ਵੀ ਚਾਹੁੰਦੇ ਸਨ ਕਿ ਦੀਦੀ ਦਾ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ। ਮੰਮੀ ਪਾਪਾ ਦੀ ਗੱਲ ਸੁਣ ਕੇ ਦੀਦੀ ਚੁੱਪਚਾਪ ਕਮਰੇ ਦੇ ਵਿੱਚ ਆ ਗਈ ਸੀ। ਮੈਨੂੰ ਦੀਦੀ ਦਾ ਦੁਖੀ ਚਿਹਰਾ ਦੇਖ ਕੇ ਬਹੁਤ ਅਫਸੋਸ ਹੋ ਰਿਹਾ ਸੀ, ਤਾਂ ਮੈਂ ਸੋਚਿਆ ਸੀ ਕਿ ਮੈਂ ਇਕੱਲੇ ਦੇ ਵਿੱਚ ਮੰਮੀ ਦੇ ਨਾਲ ਇਸ ਬਾਰੇ ਗੱਲ ਕਰਾਂਗੀ ਅਤੇ ਉਹਨਾਂ ਨੂੰ ਇਸ਼ਾਰਿਆਂ ਦੇ ਵਿੱਚ ਹੀ ਦੱਸ ਦਿਆਂਗੀ ਕਿ ਦੀਦੀ ਕਿਸੇ ਹੋਰ ਨੂੰ ਪਸੰਦ ਕਰਦੀ ਹੈ। ਉਹਨਾਂ ਤੇ ਆਪਣੀ ਪਸੰਦ ਨਾ ਥੋਪੋ। ਦੀਦੀ ਦੀ ਹਾਲਤ ਦੇਖ ਕੇ ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਪਰੇਸ਼ਾਨ ਹੈ। ਉਹ ਰਾਜ ਦੇ ਨਾਲ ਬਹੁਤ ਪਿਆਰ ਕਰਦੀ ਹੈ। ਉਹਨਾਂ ਨੇ ਰਾਜ ਦੇ ਅੱਗੇ ਬਹੁਤ ਮਿੰਨਤਾਂ ਕੀਤੀਆਂ ਕਿ ਕਿਸੇ ਵੀ ਤਰ੍ਹਾਂ ਸਾਡੇ ਘਰ ਦੇ ਵਿੱਚ ਰਿਸ਼ਤਾ ਲੈ ਕੇ ਆਓ, ਨਹੀਂ ਤਾਂ ਅਸੀਂ ਦੋਵੇਂ ਕਦੇ ਇੱਕ ਨਹੀਂ ਹੋ ਸਕਾਂਗੇ। ਇਸ ਤੋਂ ਬਾਅਦ ਉਹਨਾਂ ਨੇ ਫੋਨ ਬੰਦ ਕਰ ਦਿੱਤਾ। ਮੈਨੂੰ ਆਪਣੀ ਦੀਦੀ ਤੇ ਬਹੁਤ ਤਰਸ ਆ ਰਿਹਾ ਸੀ ਅਤੇ ਉਹਨਾਂ ਦੀ ਅਧੂਰੀ ਪ੍ਰੇਮ ਕਹਾਣੀ ਤੇ ਦੁੱਖ ਵੀ ਹੋ ਰਿਹਾ ਸੀ। ਉਸ ਸਮੇਂ ਹੀ ਮੈਂ ਉਹਨਾਂ ਦੇ ਕੋਲ ਗਈ ਅਤੇ ਉਹਨਾਂ ਦਾ ਹੱਥ ਫੜਦੀ ਹੋਈ ਕਹਿਣ ਲੱਗੀ, ਦੀਦੀ ਇਸ ਤਰ੍ਹਾਂ ਪਰੇਸ਼ਾਨ ਨਾ ਹੋ, ਉੱਪਰ ਵਾਲਾ ਤੁਹਾਡੇ ਹੱਕ ਦੇ ਵਿੱਚ ਫੈਸਲਾ ਕਰੇਗਾ। ਉਸ ਸਮੇਂ ਹੀ ਮੇਰੀ ਦੀਦੀ ਮੇਰੇ ਗਲ ਲੱਗ ਗਈ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗੀ। ਮੈਨੂੰ ਉਹਨਾਂ ਦਾ ਰੋਣਾ ਬਹੁਤ ਬੁਰਾ ਲੱਗ ਰਿਹਾ ਸੀ। ਮੈਂ ਉਹਨਾਂ ਨੂੰ ਆਪਣੇ ਤੋਂ ਅਲੱਗ ਕਰਦੇ ਹੋਏ ਕਿਹਾ, ਦੀਦੀ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ? ਉੱਪਰ ਵਾਲਾ ਸਭ ਕੁਝ ਦੇਖ ਰਿਹਾ ਹੈ। ਜੇਕਰ ਤੁਹਾਡਾ ਦੋਨਾਂ ਦਾ ਪਿਆਰ ਸੱਚਾ ਹੋਵੇਗਾ ਤਾਂ ਤੁਸੀਂ ਦੋਨੋਂ ਜ਼ਰੂਰ ਇੱਕ ਦੋ ਹੋਵੋਗੇ। ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਮੈਂ ਮੰਮੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ। ਮੈਂ ਜਿੰਨਾ ਹੋ ਸਕਦਾ ਸੀ ਆਪਣੀ ਭੈਣ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਸ਼ਾਇਦ ਉਹ ਰਾਜ ਦੇ ਨਾਲ ਬਹੁਤ ਪਿਆਰ ਕਰਦੀ ਸੀ, ਇਸ ਕਰਕੇ ਉਹ ਬਿਲਕੁਲ ਵੀ ਚੁੱਪ ਨਹੀਂ ਹੋ ਰਹੀ ਸੀ। ਮੈਂ ਗੁੱਸੇ ਦੇ ਵਿੱਚ ਦੀਦੀ ਦਾ ਫੋਨ ਚੱਕਿਆ ਅਤੇ ਰਾਜ ਦਾ ਨੰਬਰ ਮਿਲਾ ਕੇ ਫੋਨ ਕੰਨ ਦੇ ਨਾਲ ਲਾ ਲਿਆ। ਦੀਦੀ ਪੂਰੀ ਤਰ੍ਹਾਂ ਆਪਣੇ ਹੋਸ਼ ਦੇ ਵਿੱਚ ਨਹੀਂ ਲੱਗ ਰਹੀ ਸੀ। ਯਕੀਨਨ ਉਹ ਰਾਜ ਦੇ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਹਨਾਂ ਦੀ ਇਹ ਹਾਲਤ ਦੇਖ ਕੇ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ। ਫੋਨ ਕੰਨ ਦੇ ਨਾਲ ਲਗਾਉਂਦੇ ਹੀ ਮੈਂ ਸ਼ੁਰੂ ਹੋ ਗਈ, ਤੁਸੀਂ ਸਮਝਦੇ ਕੀ ਹੋ ਆਪਣੇ ਆਪ ਨੂੰ? ਜੇਕਰ ਤੁਹਾਨੂੰ ਮੇਰੀ ਭੈਣ ਪਸੰਦ ਨਹੀਂ ਸੀ ਤਾਂ ਤੁਸੀਂ ਉਹਨਾਂ ਦੇ ਨਾਲ ਪਿਆਰ ਦਾ ਵਾਅਦਾ ਕਿਉਂ ਕੀਤਾ? ਜਦੋਂ ਇਮਤਿਹਾਨ ਦੇਣ ਦਾ ਸਮਾਂ ਆਇਆ ਤਾਂ ਹੁਣ ਤੁਸੀਂ ਪਿੱਛੇ ਹਟ ਰਹੇ ਹੋ। ਮੈਂ ਤੁਹਾਨੂੰ ਦੱਸ ਰਹੀ ਹਾਂ, ਰਾਜ ਇਸ ਤਰ੍ਹਾਂ ਨਹੀਂ ਚੱਲੇਗਾ। ਮੇਰੀ ਬਸ ਇੱਕ ਹੀ ਭੈਣ ਹੈ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਰੋਂਦੀ ਹੋਈ ਨਹੀਂ ਦੇਖ ਸਕਦੀ। ਤੁਹਾਨੂੰ ਰਿਸ਼ਤਾ ਲੈ ਕੇ ਘਰ ਆਉਣਾ ਪਵੇਗਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਬੋਲ ਕੇ ਮੈਂ ਫੋਨ ਰੱਖ ਦਿੱਤਾ। ਅੱਗੋਂ ਗੱਲ ਸੁਣਨੀ ਵੀ ਮੈਂ ਜ਼ਰੂਰੀ ਨਹੀਂ ਸਮਝੀ ਸੀ ਅਤੇ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਉਹ ਰਾਤ ਹੌਲੀ-ਹੌਲੀ ਬੀਤਦੀ ਚਲੀ ਗਈ ਅਤੇ ਮੈਂ ਆਪਣੀ ਭੈਣ ਨੂੰ ਆਪਣੇ ਗਲ ਦੇ ਨਾਲ ਲਗਾ ਲਿਆ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੇ ਗਲ ਲਗਾਉਂਦੀ ਹੈ। ਜਿਵੇਂ ਹੀ ਅਗਲੀ ਸਵੇਰ ਹੋਈ, ਅਸੀਂ ਦੋਵੇਂ ਭੈਣਾਂ ਗੂੜੀ ਨੀਂਦ ਦੇ ਵਿੱਚ ਸੀ ਅਤੇ ਅਚਾਨਕ ਮੰਮੀ ਕਮਰੇ ਦੇ ਵਿੱਚ ਆਈ ਅਤੇ ਸਾਨੂੰ ਜਗਾਉਂਦੀ ਹੋਈ ਬੋਲੀ, ਪਤਾ ਨਹੀਂ ਬਾਹਰ ਕੌਣ ਆਇਆ ਹੈ, ਜਲਦੀ ਉੱਠ ਜਾਓ ਅਤੇ ਤੁਸੀਂ ਤਿਆਰ ਹੋ ਜਾਓ, ਉਹ ਲੋਕ ਤੁਹਾਡਾ ਹੀ ਜ਼ਿਕਰ ਕਰ ਰਹੇ ਹਨ। ਮੇਰੀ ਮਾਂ ਦੀਦੀ ਦੇ ਵੱਲ ਇਸ਼ਾਰਾ ਕਰਦੀ ਹੋਈ ਬੋਲਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ। ਇੱਕ ਪਲ ਦੇ ਲਈ ਮੈਂ ਵੀ ਹੈਰਾਨ ਹੋ ਗਈ ਸੀ ਕਿ ਆਖਰਕਾਰ ਅਜਿਹਾ ਕੌਣ ਸਾਡੇ ਘਰ ਦੇ ਵਿੱਚ ਆ ਗਿਆ ਹੈ ਜਿਸ ਕਰਕੇ ਮੰਮੀ ਇੰਨੀ ਜ਼ਿਆਦਾ ਪਰੇਸ਼ਾਨ ਲੱਗ ਰਹੀ ਹੈ ਅਤੇ ਦੀਦੀ ਨੂੰ ਤਿਆਰ ਹੋਣ ਦੇ ਲਈ ਕਿਉਂ ਕਿਹਾ। ਇਹ ਗੱਲ ਨਾ ਤਾਂ ਮੈਨੂੰ ਸਮਝ ਆਈ ਅਤੇ ਨਾ ਹੀ ਮੇਰੀ ਦੀਦੀ ਨੂੰ। ਉਹ ਚੁੱਪਚਾਪ ਕੱਪੜੇ ਬਦਲ ਕੇ ਆਪਣੇ ਆਪ ਨੂੰ ਤਿਆਰ ਕਰਕੇ ਹੇਠਾਂ ਚਲੀ ਗਈ, ਜਦੋਂ ਕਿ ਮੈਂ ਵੀ ਕਮਰੇ ਨੂੰ ਸੈੱਟ ਕਰਕੇ ਹੇਠਾਂ ਆ ਗਈ ਸੀ। ਸਾਹਮਣੇ ਹੀ ਇੱਕ ਨੌਜਵਾਨ ਲੜਕਾ ਅਤੇ 2 ਅੱਧ-ਖੜ ਉਮਰ ਦੇ ਆਦਮੀ ਅਤੇ ਇੱਕ ਔਰਤ ਬੈਠੀ ਹੋਈ ਸੀ। ਦੀਦੀ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਸੀ। ਮੈਂ ਹੈਰਾਨ ਹੋ ਗਈ ਸੀ ਕਿ ਦੀਦੀ ਇਹਨਾਂ ਲੋਕਾਂ ਨੂੰ ਦੇਖ ਕੇ ਖੁਸ਼ ਕਿਉਂ ਹੋ ਰਹੀ ਹੈ, ਜਦੋਂ ਕਿ ਅੱਜ ਤੱਕ ਅਸੀਂ ਇਹਨਾਂ ਨੂੰ ਨਹੀਂ ਮਿਲੇ ਸੀ। ਜਿਵੇਂ ਹੀ ਉਹ ਨੌਜਵਾਨ ਖੜਾ ਹੋਇਆ ਅਤੇ ਦੀਦੀ ਦੇ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਤਾਂ ਮੈਂ ਸਮਝ ਗਈ ਸੀ ਕਿ ਉਹ ਕੌਣ ਹੈ। ਉਹ ਰਾਜ ਸੀ ਜੋ ਆਪਣੇ ਮਾਤਾ ਪਿਤਾ ਨਾਲ ਲੈ ਕੇ ਦੀਦੀ
ਦੀਦੀ ਦਾ ਰਿਸ਼ਤਾ ਲੈਣ ਦੇ ਲਈ ਆਇਆ ਸੀ। ਉਹਨਾਂ ਦਾ ਘਰ ਅਤੇ ਕਾਰੋਬਾਰ ਬਹੁਤ ਚੰਗਾ ਸੀ, ਪਰ ਪਾਪਾ ਦੀ ਇਹੀ ਇੱਛਾ ਸੀ ਕਿ ਦੀਦੀ ਦਾ ਵਿਆਹ ਆਪਣੇ ਪਰਿਵਾਰ ਦੇ ਵਿੱਚ ਹੋਵੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਰਿਸ਼ਤੇ ਦੇ ਵਿੱਚ ਦੀਦੀ ਦੀ ਵੀ ਰਜ਼ਾਮੰਦੀ ਹੈ ਤਾਂ ਉਹਨਾਂ ਨੇ ਦੀਦੀ ਦੀਆਂ ਖੁਸ਼ੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਪਾਪਾ ਨੇ ਦੀਦੀ ਦੇ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਸੀ। ਦੀਦੀ ਬਹੁਤ ਜ਼ਿਆਦਾ ਖੁਸ਼ ਹੋਈ ਸੀ ਅਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਦੀਦੀ ਬਹੁਤ ਸਮੇਂ ਦੇ ਬਾਅਦ ਖੁਸ਼ ਹੋਈ ਸੀ। ਮੈਂ ਹੱਸਦੀ ਹੋਈ ਆਪਣੀ ਦੀਦੀ ਦੇ ਚਿਹਰੇ ਨੂੰ ਦੇਖ ਰਹੀ ਸੀ ਕਿ ਉਸ ਸਮੇਂ ਹੀ ਮੈਨੂੰ ਰਾਜ ਜੀਜੂ ਦੀ ਆਵਾਜ਼ ਸੁਣਾਈ ਦਿੱਤੀ ਸੀ। ਰਾਜ ਜੀਜੂ ਮੈਨੂੰ ਕਹਿ ਰਹੇ ਸਨ ਕਿ ਸਾਲੀ ਸਾਹਿਬ, ਹੁਣ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਜੇਕਰ ਹੋਰ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ, ਉਹ ਵੀ ਮੈਂ ਹੱਲ ਕਰ ਦਿੰਦਾ ਹਾਂ। ਰਾਜ ਜੀਜੂ ਦੀ ਗੱਲ ਸੁਣ ਕੇ ਮੈਂ ਹੱਸਦੇ ਹੋਏ ਉਹਨਾਂ ਦੇ ਵੱਲ ਦੇਖਿਆ ਅਤੇ ਸਿਰ ਹਿਲਾਉਂਦੇ ਹੋਏ ਬੋਲੀ, ਨਹੀਂ ਜੀਜਾ ਜੀ, ਕੋਈ ਸਮੱਸਿਆ ਨਹੀਂ ਹੈ, ਬਸ ਤੁਸੀਂ ਆ ਗਏ ਇਹੀ ਕਾਫੀ ਹੈ। ਬਸ ਇੰਨਾ ਧਿਆਨ ਰੱਖਿਓ, ਅਸੀਂ ਆਪਣੀ ਦੀਦੀ ਨੂੰ ਬਹੁਤ ਹੀ ਪਿਆਰ ਦੇ ਨਾਲ ਪਾਲਿਆ ਹੈ, ਉਹਨਾਂ ਦੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਚਾਹੀਦੀ। ਮੈਂ ਨਖਰੇ ਦੇ ਨਾਲ ਬੋਲੀ ਅਤੇ ਜੀਜਾ ਜੀ ਨੇ ਹੱਸਦੇ ਹੋਏ ਕਿਹਾ ਕਿ ਹਾਜੀ ਸਾਲੀ ਸਾਹਿਬਾ, ਹੁਣ ਕੋਈ ਗਲਤੀ ਨਹੀਂ ਹੋਵੇਗੀ, ਕਿਉਂਕਿ ਹੁਣ ਜੋ ਅਸੀਂ ਤੁਹਾਨੂੰ ਮਿਲ ਲਿਆ ਹੈ। ਜੀਜੂ ਜੋ ਕੁਝ ਵੀ ਕਹਿ ਰਹੇ ਸਨ ਉਹ ਮੈਨੂੰ ਹੈਰਾਨ ਕਰ ਰਿਹਾ ਸੀ, ਕਿਉਂਕਿ ਉਹਨਾਂ ਦਾ ਬੋਲਣ ਦਾ ਤਰੀਕਾ ਕੁਝ ਅਜੀਬ ਸੀ। ਮੈਂ ਚੁੱਪ ਹੋ ਕੇ ਉਹਨਾਂ ਦੇ ਵੱਲ ਦੇਖਿਆ, ਪਰ ਮੈਂ ਉਹਨਾਂ ਦੇ ਚਿਹਰੇ ਦੀ ਮੁਸਕਾਨ ਤੋਂ ਸਮਝ ਗਈ ਸੀ ਕਿ ਉਹ ਮਜ਼ਾਕ ਕਰ ਰਹੇ ਸਨ। ਫਿਰ ਪਾਪਾ ਅਤੇ ਰਾਜ ਦੇ ਪਰਿਵਾਰ ਨੇ ਮਿਲ ਕੇ ਦੀਦੀ ਦੇ ਵਿਆਹ ਦੀ ਤਰੀਕ ਪੱਕੀ ਕਰ ਲਈ ਸੀ। ਵਿਆਹ ਕੁਝ ਮਹੀਨਿਆਂ ਬਾਅਦ ਹੀ ਪੱਕਾ ਕਰ ਲਿਆ ਗਿਆ ਸੀ। ਸਭ ਕੁਝ ਬਹੁਤ ਜਲਦੀ ਹੋ ਰਿਹਾ ਸੀ। ਮੰਮੀ ਪਾਪਾ ਕਾਫੀ ਉਦਾਸ ਸਨ। ਦੀਦੀ ਘਰ ਦੀ ਰੌਣਕ ਸੀ। ਪਹਿਲੀ ਔਲਾਦ ਮਾਤਾ ਪਿਤਾ ਦੇ ਲਈ ਬਹੁਤ ਮਾਇਨੇ ਰੱਖਦੀ ਹੈ। ਇਹੀ ਹਾਲ ਮੇਰੇ ਮਾਤਾ ਪਿਤਾ ਦਾ ਵੀ ਸੀ। ਮੈਂ ਵੀ ਬਹੁਤ ਉਦਾਸ ਸੀ। ਆਖਰਕਾਰ ਦੀਦੀ ਮੇਰੇ ਨਾਲ ਹੀ ਪੈਂਦੀ ਸੀ ਅਤੇ ਮੇਰੀ ਸੁੱਖ ਦੁੱਖ ਦਾ ਸਾਥੀ ਸੀ। ਸਾਡੇ ਦੋਹਾਂ ਦੇ ਵਿੱਚ ਬਹੁਤ ਚੰਗੀ ਦੋਸਤੀ ਸੀ। ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਬਾਰੇ ਇੱਕ ਦੂਜੇ ਦੇ ਨਾਲ ਜ਼ਿਆਦਾ ਗੱਲਾਂ ਨਹੀਂ ਕਰਦੇ ਸੀ, ਕਿਉਂਕਿ ਦੀਦੀ ਮੇਰੇ ਨਾਲੋਂ ਉਮਰ ਦੇ ਵਿੱਚ ਬਹੁਤ ਵੱਡੀ ਸੀ ਅਤੇ ਮੈਂ ਉਹਨਾਂ ਦੀ ਇੱਜ਼ਤ ਕਰਦੀ ਸੀ, ਅਤੇ ਉੱਥੇ ਦੀਦੀ ਵੀ ਮੈਨੂੰ ਛੋਟਾ ਸਮਝ ਕੇ ਆਪਣੀ ਜ਼ਿੰਦਗੀ ਦੇ ਬਾਰੇ ਮੈਨੂੰ ਕੁਝ ਨਹੀਂ ਦੱਸਦੀ ਸੀ। ਪਰ ਇਸ ਦੇ ਬਾਵਜੂਦ ਜੇਕਰ ਅਸੀਂ ਦੋਵੇਂ ਕਿਸੇ ਮਜਬੂਰੀ ਦੇ ਵਿੱਚ ਪੈ ਜਾਂਦੇ ਸੀ, ਮੁਸੀਬਤ ਦੇ ਵਿੱਚ ਪੈ ਜਾਂਦੇ ਸੀ, ਤਾਂ ਅਸੀਂ ਇੱਕ ਦੂਜੇ ਨੂੰ ਜ਼ਰੂਰ ਯਾਦ ਕਰਦੇ ਸੀ। ਇਹੀ ਸਭ ਕੁਝ ਸੋਚ ਕੇ ਮੈਂ ਕਾਫੀ ਭਾਵੁਕ ਹੋ ਗਈ ਸੀ। ਅਜੇ ਮੈਂ ਲੌਂਚ ਦੇ ਵਿੱਚ ਹੀ ਬੈਠੀ ਹੋਈ ਸੀ ਜਦੋਂ ਅਚਾਨਕ ਸਾਡੇ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ। ਮੈਂ ਹੈਰਾਨ ਹੋਈ ਕਿ ਇਸ ਸਮੇਂ ਕੌਣ ਆ ਸਕਦਾ ਹੈ। ਦੀਦੀ, ਮੰਮੀ ਪਾਪਾ ਤਿੰਨੋਂ ਹੀ ਸ਼ਾਪਿੰਗ ਦੇ ਲਈ ਬਾਜ਼ਾਰ ਗਏ ਹੋਏ ਸਨ। ਇਹ ਸੋਚ ਕੇ ਮੈਂ ਦਰਵਾਜ਼ੇ ਦੇ ਵੱਲ ਵਧੀ ਕਿ ਹੋ ਸਕਦਾ ਹੈ ਕਿ ਕੋਈ ਰਿਸ਼ਤੇਦਾਰ ਆ ਗਿਆ ਹੋਵੇ, ਪਰ ਮੈਨੂੰ ਨਹੀਂ ਪਤਾ ਸੀ ਕਿ ਅੱਜ ਮੇਰੇ ਨਾਲ ਕੀ ਹੋਣ ਵਾਲਾ ਹੈ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕੋਈ ਹੋਰ ਨਹੀਂ ਬਲਕਿ ਦੀਦੀ ਦਾ ਮੰਗੇਤਰ ਰਾਜ ਜੀਜੂ ਸਾਹਮਣੇ ਖੜਾ ਮੁਸਕਰਾ ਰਿਹਾ ਸੀ। ਮੈਂ ਹੈਰਾਨ ਹੋ ਗਈ ਸੀ। ਉਹ ਮੈਨੂੰ ਹੈਲੋ ਕਹਿੰਦੇ ਹੋਏ ਘਰ ਦੇ ਅੰਦਰ ਆ ਗਏ। ਇੱਕ ਪਲ ਦੇ ਲਈ ਮੈਨੂੰ ਥੋੜਾ ਅਜੀਬ ਲੱਗਿਆ, ਕਿਉਂਕਿ ਘਰ ਦੇ ਵਿੱਚ ਕੋਈ ਨਹੀਂ ਸੀ। ਇਸ ਕਰਕੇ ਮੈਂ ਘਬਰਾ ਗਈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦੀ, ਉਹ ਸੋਫੇ ਉੱਤੇ ਬੈਠਦੇ ਹੋਏ ਬੋਲੇ, ਸਾਲੀ ਸਾਹਿਬਾ, ਤੁਹਾਨੂੰ ਕੀ ਹੋ ਗਿਆ ਹੈ ਕਿ ਮੈਂ ਘਰ ਦੇ ਵਿੱਚ ਨਹੀਂ ਆ ਸਕਦਾ? ਹੁਣ ਤਾਂ ਮੈਂ ਤੁਹਾਡੀ ਦੀਦੀ ਦਾ ਮੰਗੇਤਰ ਹਾਂ। ਉਹ ਥੋੜਾ ਮਜ਼ਾਕ ਦੇ ਵਿੱਚ ਬੋਲੇ ਸਨ। ਮੈਨੂੰ ਲੱਗ ਰਿਹਾ ਸੀ ਕਿ ਜੀਜੂ ਆਪਣੀ ਸਾਲੀ ਦੇ ਨਾਲ ਮਜ਼ਾਕ ਕਰ ਰਹੇ ਹਨ, ਇਸ ਕਰਕੇ ਮੈਂ ਹੱਸ ਰਹੀ ਸੀ। ਮੈਂ ਮੁਸਕਰਾਉਂਦੇ ਹੋਏ ਤੁਰੰਤ ਆਪਣੇ ਸਿਰ ਨੂੰ ਝਟਕਾਇਆ ਅਤੇ ਉਹਨਾਂ ਦੇ ਕੋਲ ਜਾ ਕੇ ਬੋਲੀ, ਬਿਲਕੁਲ ਤੁਸੀਂ ਇਸ ਘਰ ਦੇ ਜਵਾਈ ਹੋ, ਤੁਹਾਨੂੰ ਘਰ ਦੇ ਵਿੱਚ ਆਉਣ ਤੋਂ ਕੌਣ ਰੋਕ ਸਕਦਾ ਹੈ? ਦੀਦੀ, ਮੰਮੀ ਅਤੇ ਪਾਪਾ ਸ਼ਾਪਿੰਗ ਦੇ ਲਈ ਗਏ ਹੋਏ ਹਨ, ਘਰ ਦੇ ਵਿੱਚ ਕੋਈ ਨਹੀਂ ਹੈ। ਇਸ ਕਰਕੇ ਮੈਂ ਥੋੜਾ ਘਬਰਾ ਗਈ ਸੀ। ਤੁਸੀਂ ਦੱਸੋ, ਚਾਹ ਲਓਗੇ ਜਾਂ ਫਿਰ ਠੰਡਾ? ਮੇਰੀ ਗੱਲ ਸੁਣ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਸੀ। ਉਹ ਮੈਨੂੰ ਦੇਖਦੇ ਹੋਏ ਬੋਲੇ, ਮੈਨੂੰ ਕੁਝ ਨਹੀਂ ਚਾਹੀਦਾ ਛੋਟੀ, ਤੁਸੀਂ ਬਸ ਇੱਥੇ ਬੈਠ ਜਾਓ, ਮੈਂ ਬਸ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਆਇਆ ਹਾਂ। ਰਾਜ ਜੀਜੂ ਦੀ ਗੱਲ ਸੁਣ ਕੇ ਮੇਰੇ ਮੱਥੇ ਤੇ ਵੱਟ ਪੈ ਗਈ। ਆਖਿਰਕਾਰ ਉਹ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦੇ ਸਨ? ਮੈਂ ਥੋੜਾ ਘਬਰਾ ਕੇ ਉਹਨਾਂ ਦੇ ਵੱਲ ਦੇਖਦੀ ਹੋਈ ਬੋਲੀ, ਜੀਜਾ ਜੀ, ਕੀ ਦੀਦੀ ਨੇ ਤੁਹਾਨੂੰ ਨਹੀਂ ਦੱਸਿਆ ਕਿ ਉਹ ਸ਼ਾਪਿੰਗ ਦੇ ਲਈ ਜਾ ਰਹੇ ਹਨ? ਕੱਲ ਰਾਤ ਤੁਹਾਡੀ ਦੋਨਾਂ ਦੀ ਗੱਲ ਹੋ ਰਹੀ ਸੀ। ਮੇਰੀ ਗੱਲ ਸੁਣ ਕੇ ਉਹ ਥੋੜਾ ਘਬਰਾ ਗਏ ਅਤੇ ਮੇਰੇ ਵੱਲ ਦੇਖਦੇ ਹੋਏ ਬੋਲੇ, ਮਤਲਬ ਕਿ ਤੁਸੀਂ ਸਾਡੀਆਂ ਗੱਲਾਂ ਸੁਣਦੇ ਹੋ? ਇਹ ਕੋਈ ਚੰਗੀ ਗੱਲ ਤਾਂ ਨਹੀਂ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਜੋ ਪ੍ਰਾਈਵੇਟ ਹੁੰਦੀਆਂ ਹਨ। ਉਹਨਾਂ ਦਾ ਲਹਿਜਾ ਥੋੜਾ ਅਜੀਬ ਸੀ। ਮੈਂ ਉਹਨਾਂ ਦੀ ਗੱਲ ਨੂੰ ਸੁਣ ਕੇ ਚੁੱਪ ਹੋ ਗਈ ਸੀ। ਉਹ ਮੈਨੂੰ ਕੀ ਕਹਿਣਾ ਚਾਹ ਰਹੇ ਸਨ? ਮੈਨੂੰ ਉਹਨਾਂ ਦੇ ਸਾਹਮਣੇ ਕੁਝ ਚੰਗਾ ਮਹਿਸੂਸ ਨਹੀਂ ਹੋ ਰਿਹਾ ਸੀ, ਜਾਂ ਫਿਰ ਮੈਂ ਸ਼ਾਇਦ ਘਰ ਦੇ ਵਿੱਚ ਇਕੱਲੀ ਸੀ, ਇਸ ਕਰਕੇ ਮੈਂ ਡਰ ਰਹੀ ਸੀ। ਤਾਂ ਮੈਂ ਆਪਣੀ ਜਗ੍ਹਾ ਤੋਂ ਖੜੀ ਹੁੰਦੀ ਬੋਲੀ, ਸਾਰੀਆਂ ਗੱਲਾਂ ਨਹੀਂ ਸੁਣਦੀ। ਆਵਾਜ਼ ਕਮਰੇ ਦੇ ਵਿੱਚ ਆ ਰਹੀ ਸੀ ਤਾਂ ਕੰਨ ਦੇ ਵਿੱਚ ਪੈ ਗਈ। ਹੋਰ ਕੋਈ ਗੱਲ ਨਹੀਂ, ਚੰਗਾ ਹੋਇਆ ਤੁਸੀਂ ਆ ਗਏ। ਮੈਂ ਕਦੋਂ ਤੋਂ ਇਕੱਲੀ ਬੋਰ ਹੋ ਰਹੀ ਸੀ। ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ, ਫਿਰ ਇਕੱਠੇ ਪੀਂਦੇ ਹਾਂ। ਇਹ ਕਹਿ ਕੇ ਮੈਂ ਜਲਦੀ ਨਾਲ ਕਿਚਨ ਦੇ ਵਿੱਚ ਚਲੀ ਗਈ ਸੀ ਕਿ ਉਸ ਸਮੇਂ ਹੀ ਜੀਜੂ ਵੀ ਮੇਰੇ ਪਿੱਛੇ ਆਉਂਦੇ ਹੋਏ ਬੋਲੇ, ਰਹਿਣ ਦੇ ਛੋਟੀ, ਬਸ ਤੂੰ ਮੇਰੇ ਨਾਲ ਗੱਲਾਂ ਕਰ, ਮੈਂ ਤੈਨੂੰ ਮਿਲਣ ਦੇ ਲਈ ਆਇਆ ਹਾਂ ਅਤੇ ਤੂੰ ਹੈ ਕਿ ਕੰਮ ਦੇ ਵਿੱਚ ਲੱਗ ਗਈ ਹੈ। ਅਜੇ ਥੋੜੇ ਸਮੇਂ ਦੇ ਵਿੱਚ ਤੇਰੀ ਦੀਦੀ
ਵੀ ਆ ਜਾਵੇਗੀ ਫਿਰ ਤਾਂ ਟਾਈਮ ਹੀ ਨਹੀਂ ਮਿਲੇਗਾ। ਮੈਂ ਕੁਝ ਅਜੀਬ ਜਿਹਾ ਮਹਿਸੂਸ ਕਰ ਰਹੀ ਸੀ। ਉਹ ਕੁਝ ਜ਼ਿਆਦਾ ਹੀ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਕਿ ਸਾਡੀ ਮੁਲਾਕਾਤ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਇਸ ਕਰਕੇ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਚੁੱਲ੍ਹਾ ਔਨ ਕਰਦੀ, ਉਹਨਾਂ ਨੇ ਮੇਰਾ ਹੱਥ ਫੜ ਲਿਆ ਸੀ ਅਤੇ ਮੈਨੂੰ ਦੇਖਦੇ ਹੋਏ ਬੋਲੇ ਸਨ, ਰਹਿਣ ਦਿਓ, ਮੈਂ ਤੁਹਾਨੂੰ ਕਹਿ ਰਿਹਾ ਹਾਂ ਨਾ, ਤੈਨੂੰ ਸਮਝ ਨਹੀਂ ਆਉਂਦਾ। ਉਹਨਾਂ ਦੇ ਕਹਿਣ ਦਾ ਤਰੀਕਾ ਬਹੁਤ ਅਜੀਬ ਸੀ। ਮੈਂ ਜਲਦੀ ਨਾਲ ਉਹਨਾਂ ਤੋਂ 2 ਕਦਮ ਪਿੱਛੇ ਹੋ ਗਈ ਸੀ। ਮੈਨੂੰ ਘਬਰਾਹਟ ਮਹਿਸੂਸ ਹੋ ਰਹੀ ਸੀ। ਘਰ ਦੇ ਵਿੱਚ ਕੋਈ ਨਹੀਂ ਸੀ, ਇਸ ਕਰਕੇ ਮੈਂ ਡਰ ਗਈ ਸੀ। ਉਹ ਮੈਨੂੰ ਦੇਖਦੇ ਹੋਏ ਬੋਲੇ, ਆਓ ਨਾ, ਆਪਾਂ ਦੋਨੋਂ ਲੌਂਚ ਦੇ ਵਿੱਚ ਬੈਠਦੇ ਹਾਂ। ਤੁਸੀਂ ਕਿਚਨ ਦੇ ਵਿੱਚ ਆ ਗਏ ਹੋ, ਮੈਂ ਤੁਹਾਨੂੰ ਮਨਾ ਕਰ ਰਿਹਾ ਹਾਂ, ਤੁਸੀਂ ਹੋ ਕੇ ਮੰਨ ਹੀ ਨਹੀਂ ਰਹੇ ਹੋ। ਜਦੋਂ ਕਿ ਮੈਂ ਇਸ ਵਾਰ ਉਹਨਾਂ ਦੇ ਵੱਲ ਦੇਖਿਆ ਵੀ ਨਹੀਂ ਅਤੇ ਉਹਨਾਂ ਦੇ ਮਨਾ ਕਰਨ ਤੇ ਕੋਈ ਜਵਾਬ ਵੀ ਨਹੀਂ ਦਿੱਤਾ, ਬਸ ਚੁੱਪਚਾਪ ਲੌਂਚ ਦੇ ਸੋਫੇ ਤੇ ਬੈਠ ਗਈ। ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਹ ਇਹ ਸਭ ਕੁਝ ਜਾਣ ਬੁੱਝ ਕੇ ਕਰ ਰਹੇ ਸਨ, ਪਰ ਕਿਉਂ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ। ਥੋੜੇ ਸਮੇਂ ਬਾਅਦ ਉਹ ਕਿਚਨ ਤੋਂ ਬਾਹਰ ਆਏ। ਮੈਂ ਲੌਂਚ ਦੇ ਵਿੱਚ ਹੀ ਬੈਠੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਉਹ ਮੈਨੂੰ ਦੇਖਦੇ ਹੋਏ ਬੋਲੇ, ਛੋਟੀ, ਤੂੰ ਇੰਨੀ ਦੂਰ ਕਿਉਂ ਬੈਠੀ ਹੈ? ਇੱਥੇ ਆ ਕੇ ਬੈਠ ਜਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਹਨ। ਉਹਨਾਂ ਨੇ ਕਿਚਨ ਦੇ ਵਿੱਚੋਂ 2 ਕੱਪ ਸਾਡੇ ਲਈ ਚਾਹ ਬਣਾਈ ਸੀ। ਇਹ ਦੇਖ ਕੇ ਮੈਂ ਹੋਰ ਜ਼ਿਆਦਾ ਹੈਰਾਨ ਹੋ ਗਈ ਸੀ। ਉਹ ਪਤਾ ਨਹੀਂ ਕਿਉਂ ਮੇਰੇ ਤੇ ਇੰਨੀ ਜ਼ਿਆਦਾ ਮਿਹਰਬਾਨੀ ਕਰ ਰਹੇ ਸਨ। ਉਹ ਹੱਸ-ਹੱਸ ਕੇ ਮੇਰੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੈਂ ਬਹੁਤ ਜ਼ਿਆਦਾ ਅੱਕ ਚੁੱਕੀ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੰਮੀ, ਪਾਪਾ ਅਤੇ ਦੀਦੀ ਘਰ ਆ ਜਾਣ। ਉਹ ਕਹਿੰਦੇ ਹਨ ਨਾ ਕਿ ਜਦੋਂ ਦਿਲ ਤੋਂ ਦੁਆ ਕੀਤੀ ਜਾਵੇ ਤਾਂ ਉੱਪਰ ਵਾਲਾ ਉਸਨੂੰ ਜ਼ਰੂਰ ਸੁਣਦਾ ਹੈ। ਮੇਰੀ ਦੁਆ ਵੀ ਕਬੂਲ ਹੋ ਗਈ ਸੀ। ਰਾਜ ਜੀਜੂ ਅਜੇ ਆਪਣੀ ਜਗ੍ਹਾ ਤੋਂ ਖੜੇ ਹੋ ਕੇ ਮੇਰੇ ਕੋਲ ਆ ਹੀ ਰਹੇ ਸਨ ਕਿ ਇਸ ਤੋਂ ਪਹਿਲਾਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਸੀ। ਮੈਂ ਇੱਕ ਸੁੱਖ ਦਾ ਸਾਹ ਲਿਆ, ਪਰ ਮੈਂ ਸਾਫ਼ ਤੌਰ ਤੇ ਰਾਜ ਜੀਜੂ ਦੇ ਚਿਹਰੇ ਤੇ ਚਿੰਤਾ ਮਹਿਸੂਸ ਕੀਤੀ ਸੀ, ਪਰ ਉਸ ਨੂੰ ਆਪਣਾ ਵਹਿਮ ਸਮਝ ਕੇ ਦਰਵਾਜ਼ੇ ਦੇ ਵੱਲ ਵੱਧ ਗਈ। ਮੇਰੀ ਸੋਚ ਦੇ ਅਨੁਸਾਰ ਦਰਵਾਜ਼ੇ ਤੇ ਮੰਮੀ, ਪਾਪਾ ਅਤੇ ਦੀਦੀ ਹੀ ਸਨ। ਉਹ ਸ਼ਾਪਿੰਗ ਵਾਲੇ ਬੈਗ ਹੱਥਾਂ ਦੇ ਵਿੱਚ ਲੈ ਕੇ ਘਰ ਦੇ ਵਿੱਚ ਦਾਖਲ ਹੋਏ ਸਨ, ਪਰ ਸਾਹਮਣੇ ਰਾਜ ਜੀਜੂ ਨੂੰ ਦੇਖ ਕੇ ਸਾਰਿਆਂ ਨੂੰ ਹੈਰਾਨੀ ਹੋਈ ਸੀ। ਦੀਦੀ ਜੀਜੂ ਦੇ ਵੱਲ ਦੇਖਦੇ ਹੋਏ ਬੋਲੀ, ਤੁਸੀਂ ਅੱਜ ਤਾਂ ਤੁਸੀਂ ਕਿਸੇ ਮੀਟਿੰਗ ਦੇ ਸਿਲਸਿਲੇ ਦੇ ਵਿੱਚ ਦੂਜੇ ਸ਼ਹਿਰ ਦੇ ਵਿੱਚ ਜਾ ਰਹੇ ਸੀ, ਫਿਰ ਇੱਥੇ ਕਿਵੇਂ ਆਉਣਾ ਹੋਇਆ? ਦੀਦੀ ਦੀ ਗੱਲ ਸੁਣ ਕੇ ਇੱਕ ਪਲ ਦੇ ਲਈ ਜੀਜੂ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ। ਫਿਰ ਉਹ ਮੁਸਕਰਾਉਂਦੇ ਹੋਏ ਬੋਲੇ, ਤੁਹਾਡੇ ਬਿਨਾਂ ਦਿਲ ਹੀ ਨਹੀਂ ਕੀਤਾ। ਮੈਂ ਜਾ ਰਿਹਾ ਸੀ ਦੂਜੇ ਸ਼ਹਿਰ, ਪਰ ਅੱਧੇ ਰਸਤੇ ਦੇ ਵਿੱਚ ਹੀ ਕੁਝ ਚੰਗਾ ਨਹੀਂ ਲੱਗਿਆ, ਇਸ ਕਰਕੇ ਮੇਰਾ ਦਿਲ ਤੁਹਾਨੂੰ ਮਿਲਣ ਦੇ ਲਈ ਕੀਤਾ ਅਤੇ ਮੈਂ ਘਰ ਆ ਗਿਆ। ਪਰ ਘਰ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰ ਦੇ ਵਿੱਚ ਤਾਂ ਕੋਈ ਨਹੀਂ ਹੈ। ਵੈਸੇ ਤੁਹਾਡੀ ਦੀਦੀ ਬਹੁਤ ਚੰਗੀ ਹੈ, ਉਸਨੇ ਮੇਰੀ ਸੇਵਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਾਡੀ ਕ੍ਰਿਸ਼ਮਾ ਐਡੀ ਛੋਟੀ ਹੈ ਕਿ ਮੇਰਾ ਬਿਲਕੁਲ ਵੀ ਦਿਲ ਨਹੀਂ ਕੀਤਾ ਕਿ ਮੈਂ ਉਸ ਤੋਂ ਕੰਮ ਕਰਵਾਵਾਂ। ਜੀਜੂ ਦੀ ਗੱਲ ਸੁਣ ਕੇ ਮੇਰੇ ਦਿਲ ਦੇ ਵਿੱਚ ਜੋ ਵੀ ਬੁਰੇ ਖਿਆਲ ਆਏ ਸਨ, ਉਹਨਾਂ ਸਾਰਿਆਂ ਤੇ ਮੈਨੂੰ ਅਫਸੋਸ ਹੋਇਆ। ਉਹ ਤਾਂ ਇੰਨੇ ਚੰਗੇ ਇਨਸਾਨ ਸਨ ਅਤੇ ਇੰਨੀ ਚੰਗੀ ਤਰ੍ਹਾਂ ਗੱਲ ਕਰ ਰਹੇ ਸਨ। ਜੀਜੂ ਦੀਆਂ ਗੱਲਾਂ ਸੁਣ ਕੇ ਦੀਦੀ ਦੀਆਂ ਅੱਖਾਂ ਵੀ ਚਮਕ ਗਈਆਂ ਸਨ, ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਸੀ। ਮੰਮੀ ਪਾਪਾ ਵੀ ਬਹੁਤ ਜ਼ਿਆਦਾ ਖੁਸ਼ ਸਨ। ਉਹ ਸਮਝ ਗਏ ਸਨ ਕਿ ਦੀਦੀ ਦੇ ਲਈ ਕੋਈ ਹੋਰ ਚੰਗਾ ਹੋ ਹੀ ਨਹੀਂ ਸਕਦਾ। ਇਹੀ ਹਾਲ ਮੇਰਾ ਵੀ ਸੀ। ਅਸੀਂ ਉਹਨਾਂ ਦੇ ਨਾਲ ਬੈਠ ਕੇ ਕਾਫੀ ਸਮੇਂ ਤੱਕ ਗੱਲਾਂ ਕਰਦੇ ਰਹੇ ਅਤੇ ਹੁਣ ਮੈਨੂੰ ਉਹਨਾਂ ਨਾਲ ਗੱਲ ਕਰਦੇ ਹੋਏ ਬਿਲਕੁਲ ਵੀ ਘਬਰਾਹਟ ਮਹਿਸੂਸ ਨਹੀਂ ਹੋ ਰਹੀ ਸੀ, ਬਲਕਿ ਮੈਂ ਬਹੁਤ ਜ਼ਿਆਦਾ ਗੱਲਾਂ ਕਰ ਰਹੀ ਸੀ। ਇਹੀ ਵਜ੍ਹਾ ਸੀ ਕਿ 1-2 ਵਾਰ ਮੈਨੂੰ ਥੋੜੀ ਉਲਝਣ ਵੀ ਹੋਈ ਸੀ, ਪਰ ਇਹ ਸੋਚ ਕੇ ਮੈਂ ਇਸ ਨੂੰ ਅਣਦੇਖਿਆ ਕਰ ਦਿੱਤਾ ਕਿ ਜੀਜੂ ਦਾ ਨੇਚਰ ਹੀ ਇਸ ਤਰ੍ਹਾਂ ਦਾ ਹੈ। ਸਮਾਂ ਗੁਜ਼ਰਦਾ ਜਾ ਰਿਹਾ ਸੀ ਅਤੇ ਵਿਆਹ ਦੇ ਦਿਨ ਨੇੜੇ ਆ ਰਹੇ ਸਨ। ਘਰ ਦੇ ਵਿੱਚ ਪੂਰੀ ਰੌਣਕ ਸੀ। ਕੋਈ ਢੋਲ ਵਜਾ ਰਿਹਾ ਸੀ, ਕੋਈ ਡਾਂਸ ਦੀ ਪ੍ਰੈਕਟਿਸ ਕਰ ਰਿਹਾ ਸੀ, ਕੋਈ ਆਪਣੀਆਂ ਗੱਲਾਂ ਕਰ ਰਿਹਾ ਸੀ ਅਤੇ ਕੋਈ ਆਪਣੇ ਕੱਪੜੇ ਠੀਕ ਕਰ ਰਿਹਾ ਸੀ ਅਤੇ ਕੋਈ ਮਹਿੰਦੀ ਲਗਾ ਰਿਹਾ ਸੀ। ਮੈਂ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਸੀ। ਮੰਮੀ ਅਤੇ ਮੈਂ ਸਾਰਿਆਂ ਦਾ ਬਹੁਤ ਧਿਆਨ ਰੱਖ ਰਹੇ ਸੀ। ਦੀਦੀ ਤੋਂ ਅਸੀਂ ਕੋਈ ਕੰਮ ਨਹੀਂ ਕਰਵਾਇਆ ਸੀ। ਆਖਰਕਾਰ ਉਹ ਸਾਡੇ ਘਰ ਨੂੰ ਛੱਡ ਕੇ ਜਾਣ ਵਾਲੀ ਸੀ। ਹੁਣ ਉਹਨਾਂ ਤੋਂ ਕੰਮ ਕਰਵਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਇਸ ਤਰ੍ਹਾਂ ਹੀ ਬਰਾਤ ਦਾ ਦਿਨ ਵੀ ਆ ਗਿਆ ਸੀ। ਅੱਜ ਮੇਰੀ ਦੀਦੀ ਘਰ ਤੋਂ ਵਿਦਾ ਹੋਣ ਵਾਲੀ ਸੀ। ਮੈਂ ਅਤੇ ਮੰਮੀ ਬਹੁਤ ਭਾਵੁਕ ਹੋ ਰਹੇ ਸੀ। ਪਾਪਾ ਵੀ ਕਈ ਵਾਰ ਆਪਣੇ ਦੁੱਖ ਦਾ ਇਜ਼ਹਾਰ ਕਰ ਚੁੱਕੇ ਸਨ। ਦੀਦੀ ਵੀ ਬਹੁਤ ਜ਼ਿਆਦਾ ਉਦਾਸ ਸੀ ਅਤੇ ਥੋੜੀ ਖੁਸ਼ ਵੀ ਦਿਖ ਰਹੀ ਸੀ। ਆਖਰਕਾਰ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਲੜਕਾ ਜੋ ਮਿਲਣ ਵਾਲਾ ਸੀ। ਸਾਰੇ ਲੋਕ ਮੈਰਿਜ ਹਾਲ ਦੇ ਵਿੱਚ ਪਹੁੰਚ ਗਏ ਸਨ।
ਮੈਂ ਦਰਵਾਜ਼ੇ ਤੇ ਹੀ ਖੜੀ ਹੋ ਕੇ ਜੀਜੂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਆਖਰਕਾਰ ਉਹਨਾਂ ਨੂੰ ਰੋਕ ਕੇ ਮੈਂ ਮੋਟੀ ਰਕਮ ਜੋ ਲੈਣੀ ਸੀ, ਮੇਰੇ ਨਾਲ ਮੇਰੀਆਂ ਸਹੇਲੀਆਂ ਅਤੇ ਮੇਰੀਆਂ ਕਜ਼ਨ ਵੀ ਖੜੀਆਂ ਹੋਈਆਂ ਸਨ। ਕੁਝ ਸਮੇਂ ਬਾਅਦ ਅਸਮਾਨ ਦੇ ਵਿੱਚ ਆਤਿਸ਼ਬਾਜ਼ੀ ਹੋਣ ਲੱਗੀ ਅਤੇ ਢੋਲ ਵੱਜਣ ਲੱਗੇ, ਜਿਸ ਦਾ ਮਤਲਬ ਸੀ ਕਿ ਬਰਾਤ ਆ ਚੁੱਕੀ ਹੈ। ਬਰਾਤ ਬਹੁਤ ਧੂਮਧਾਮ ਦੇ ਨਾਲ ਆਈ ਸੀ। ਅਸੀਂ ਸਾਰੇ ਮੁਸਕਰਾਉਂਦੇ ਹੋਏ ਜੀਜੂ ਨੂੰ ਦੇਖ ਰਹੇ ਸੀ। ਉਹ ਘੋੜੇ ਤੇ ਬੈਠੇ ਬਹੁਤ ਜੋਸ਼ ਦੇ ਵਿੱਚ ਦਿਖ ਰਹੇ ਸਨ। ਉਹਨਾਂ ਨੂੰ ਘੋੜੇ ਤੋਂ ਉਤਾਰਿਆ ਗਿਆ ਅਤੇ ਮੰਮੀ ਨੇ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ। ਪਰ ਜਿਵੇਂ ਹੀ ਉਹ ਮੈਰਿਜ ਹਾਲ ਦੇ ਵਿੱਚ ਦਾਖਲ ਹੋਣ ਲੱਗੇ, ਅਸੀਂ ਸਹੇਲੀਆਂ ਉਹਨਾਂ ਦੇ ਸਾਹਮਣੇ ਆ ਗਈਆਂ। ਮੈਂ ਉਹਨਾਂ ਨੂੰ ਮਜ਼ਾਕ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਦੀਦੀ ਨਾਲ ਮਿਲਣਾ ਹੈ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ, ਇਸ ਤਰ੍ਹਾਂ ਤਾਂ ਅਸੀਂ ਤੁਹਾਨੂੰ ਅੰਦਰ ਬਿਲਕੁਲ ਵੀ ਨਹੀਂ ਜਾਣ ਦਿਆਂਗੇ। ਮੈਨੂੰ ਲੱਗਿਆ ਸੀ ਕਿ ਬਹਿਸ ਹੋਵੇਗੀ, ਉਹਨਾਂ ਦੇ ਵੱਲੋਂ ਕੁਝ ਕਿਹਾ ਜਾਵੇਗਾ ਅਤੇ ਅਸੀਂ ਕੁਝ ਕਵਾਂਗੇ ਤਾਂ ਮਜ਼ਾ ਆਵੇਗਾ। ਪਰ ਅਚਾਨਕ ਹੀ ਜੀਜੂ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਅਤੇ ਇੱਕ ਮੋਟੀ ਰਕਮ ਮੇਰੀ ਥੈਲੀ ਤੇ ਰੱਖਦੇ ਹੋਏ ਬੋਲੇ, ਸਾਲੀ ਸਾਹਿਬਾ, ਤੁਹਾਡੇ ਉੱਪਰੋਂ ਤਾਂ ਮੈਂ ਆਪਣੀ ਪੂਰੀ ਜਾਇਦਾਦ ਵਾਰ ਦਿਆਂਗਾ, ਤਾਂ ਇਹ ਰਕਮ ਕੀ ਮਾਇਨੇ ਰੱਖਦੀ ਹੈ? ਜੇਕਰ ਇਜਾਜ਼ਤ ਹੋਵੇ ਤਾਂ ਹੁਣ ਅਸੀਂ ਅੰਦਰ ਆ ਸਕਦੇ ਹਾਂ। ਜੀਜੂ ਦੇ ਇਸ ਮਜ਼ਾਕ ਤੋਂ ਮੇਰੀਆਂ ਸਹੇਲੀਆਂ ਅਤੇ ਕਜ਼ਨ ਸਭ ਹੱਸ ਰਹੀਆਂ ਸਨ ਅਤੇ ਮੈਂ ਵੀ ਮੁਸਕਰਾਈ ਸੀ। ਤਾਂ ਉਸ ਸਮੇਂ ਹੀ ਜੀਜੂ ਮੇਰੇ ਗੱਲ ਤੇ ਚੁੰਡੀ ਵੜਦੇ ਹੋਏ ਕਹਿਣ ਲੱਗੇ, ਚਲੋ ਆਓ ਤੁਹਾਡੀ ਦੀਦੀ ਨਾਲ ਮਿਲਦੇ ਹਾਂ। ਅਚਾਨਕ ਸ਼ਰਮ ਦੇ ਨਾਲ ਮੈਂ ਲਾਲ ਹੋ ਗਈ ਸੀ। ਉਹਨਾਂ ਦਾ ਇਹ ਤਰੀਕਾ ਮੈਨੂੰ ਥੋੜਾ ਅਜੀਬ ਲੱਗਿਆ ਸੀ। ਮੈਂ ਬਹੁਤ ਹੀ ਸ਼ਾਂਤ ਸੁਭਾਅ ਦੀ ਲੜਕੀ ਸੀ, ਜ਼ਿਆਦਾ ਗੱਲਾਂ ਕਰਨਾ ਮੈਨੂੰ ਪਸੰਦ ਨਹੀਂ ਸੀ, ਇਸ ਕਰਕੇ ਅਸੀਂ ਦੋਨੋਂ ਭੈਣਾਂ ਅਲੱਗ ਸੀ। ਦੀਦੀ ਦੇ ਹੋਣ ਵਾਲੇ ਪਤੀ ਦੇ ਨਾਲ ਮੈਂ ਸਟੇਜ ਤੱਕ ਆਈ ਸੀ, ਜਦੋਂ ਕਿ ਦੀਦੀ ਮੁਸਕਰਾ ਕੇ ਸਾਨੂੰ ਦੋਨਾਂ ਨੂੰ ਦੇਖ ਰਹੀ ਸੀ। ਥੋੜੇ ਹੀ ਸਮੇਂ ਦੇ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ। ਹੁਣ ਮੇਰੀ ਦੀਦੀ ਹਮੇਸ਼ਾ ਦੇ ਲਈ ਰਾਜ ਜੀਜੂ ਦੀ ਹੋ ਗਈ ਸੀ ਅਤੇ ਅਸੀਂ ਬਸ ਹੰਝੂ ਬਹਾਉਂਦੇ ਰਹਿ ਗਏ ਸੀ। ਮੇਰਾ ਦਿਲ ਬਹੁਤ ਉਦਾਸ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀ ਹਰ ਇੱਕ ਤਕਲੀਫ ਦੀਦੀ ਦੇ ਕੋਲ ਹੀ ਲੈ ਕੇ ਜਾਂਦੀ ਸੀ। ਇਸ ਕਰਕੇ ਅੱਜ ਉਹਨਾਂ ਦਾ ਜਾਣਾ ਮੈਨੂੰ ਬਹੁਤ ਤਕਲੀਫ ਦੇ ਰਿਹਾ ਸੀ। ਥੋੜੇ ਸਮੇਂ ਬਾਅਦ ਹੀ ਵਧਾਈ ਦਾ ਸਮਾਂ ਆ ਗਿਆ ਅਤੇ ਇਹ ਸਾਰਾ ਕੁਝ ਮੇਰੇ ਤੋਂ ਬਿਲਕੁਲ ਵੀ ਸਹਿਣ ਨਹੀਂ ਹੋ ਰਿਹਾ ਸੀ। ਮੈਂ ਚੁੱਪਚਾਪ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਈ ਸੀ। ਮੇਰੀਆਂ ਅੱਖਾਂ ਝੁਕੀਆਂ ਹੋਈਆਂ ਸਨ ਅਤੇ ਮੇਰਾ ਦਿਲ ਬਹੁਤ ਉਦਾਸ ਸੀ, ਜਦੋਂ ਅਚਾਨਕ ਮੈਨੂੰ ਆਪਣੇ ਮੋਢੇ ਤੇ ਇੱਕ ਮਰਦਾਨਾ ਹੱਥ ਮਹਿਸੂਸ ਹੋਇਆ। ਮੈਂ ਮੁੜ ਕੇ ਦੇਖਿਆ ਤਾਂ ਜੀਜੂ ਮੇਰੇ ਪਿੱਛੇ ਖੜੇ ਸਨ। ਇੱਕ ਪਲ ਦੇ ਲਈ ਮੈਂ ਡਰ ਗਈ ਸੀ। ਉਹ ਮੈਨੂੰ ਦੇਖਦੇ ਹੋਏ ਬੋਲੇ, ਸਾਲੀ ਸਾਹਿਬਾ, ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ? ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੀ ਦੀਦੀ ਨੂੰ ਬਹੁਤ ਖੁਸ਼ ਰੱਖਾਂਗੇ, ਤੁਸੀਂ ਇਸ ਕਰਕੇ ਬਿਲਕੁਲ ਵੀ ਪਰੇਸ਼ਾਨ ਨਾ ਹੋ। ਜੀਜੂ ਨੇ ਇਹ ਕਹਿ ਕੇ ਇੱਕ ਵਾਰ ਫਿਰ ਮੇਰੀ ਗੱਲ ਨੂੰ ਖਿੱਚਿਆ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਇਹ ਕਿਸ ਤਰ੍ਹਾਂ ਦਾ ਅਹਿਸਾਸ ਸੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਪਤਾ ਨਹੀਂ ਕਿਉਂ ਹੁਣ ਮੈਨੂੰ ਜੀਜੂ ਤੋਂ ਘਬਰਾਹਟ ਹੋਣ ਲੱਗੀ ਸੀ। ਥੋੜੇ ਸਮੇਂ ਬਾਅਦ ਹੀ ਦੀਦੀ ਹਮੇਸ਼ਾ ਦੇ ਲਈ ਸਾਨੂੰ ਛੱਡ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। ਮੈਂ, ਮੰਮੀ ਅਤੇ ਪਾਪਾ ਬਹੁਤ ਰੋਏ ਸੀ। ਉਹਨਾਂ ਦੀ ਵਿਦਾਈ ਨੇ ਸਾਨੂੰ ਬਹੁਤ ਉਦਾਸ ਕਰ ਦਿੱਤਾ ਸੀ। ਸਮਾਂ ਇਸੇ ਤਰ੍ਹਾਂ ਹੀ ਬੀਤਣ ਲੱਗ ਗਿਆ ਸੀ। ਦੀਦੀ ਦੇ ਵਿਆਹ ਨੂੰ ਹਫ਼ਤਾ ਹੋ ਗਿਆ ਸੀ। ਸਾਰੀਆਂ ਰਸਮਾਂ ਬਹੁਤ ਚੰਗੀ ਤਰ੍ਹਾਂ ਹੋ ਗਈਆਂ ਸਨ। ਅੱਜ ਦੀਦੀ ਅਤੇ ਜੀਜੂ ਨੇ ਸਾਡੇ ਘਰ ਆਉਣਾ ਸੀ। ਸਭ ਕੁਝ ਬਹੁਤ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਦੀਦੀ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਸੀ। ਮੈਂ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਜੋ ਮੇਰੇ ਚਿੱਟੇ ਰੰਗ ਤੇ ਬਹੁਤ ਜੱਚ ਰਿਹਾ ਸੀ। ਉੱਪਰ ਵਾਲੇ ਨੇ ਮੈਨੂੰ ਬਹੁਤ ਖੂਬਸੂਰਤ ਬਣਾਇਆ ਸੀ। ਲੋਕ ਕਹਿੰਦੇ ਸਨ ਕਿ ਮੇਰੀਆਂ ਅੱਖਾਂ ਬਹੁਤ ਖੂਬਸੂਰਤ ਹਨ। ਮੈਨੂੰ ਵੀ ਇਹੀ ਲੱਗਦਾ ਸੀ। ਥੋੜੇ ਸਮੇਂ ਬਾਅਦ ਦੀਦੀ ਅਤੇ ਜੀਜੂ ਘਰ ਆ ਗਏ ਸਨ। ਖਾਣਾ ਬਹੁਤ ਵਧੀਆ ਮਾਹੌਲ ਦੇ ਵਿੱਚ ਖਾਧਾ ਗਿਆ ਸੀ। ਜੀਜੂ ਅੱਜ ਜ਼ਰੂਰਤ ਤੋਂ ਜ਼ਿਆਦਾ ਮੇਰੀ ਤਾਰੀਫ ਕਰ ਰਹੇ ਸਨ ਕਿ ਮੈਂ ਬਹੁਤ ਚੰਗੀ ਲੱਗ ਰਹੀ ਹਾਂ। ਮੈਂ ਬਹੁਤ ਚੰਗੀ ਤਰ੍ਹਾਂ ਵਾਲ ਵਾਏ ਸਨ। ਮੇਰੀ ਦੀਦੀ ਬਹੁਤ ਖੁਸ਼ ਦਿਖ ਰਹੀ ਸੀ। ਇਹੀ ਵਜ੍ਹਾ ਸੀ ਕਿ ਅਸੀਂ ਸਾਰੇ ਖੁਸ਼ ਸੀ। ਜੀਜੂ ਦਾ ਬਾਰ-ਬਾਰ ਮੇਰੀ ਤਾਰੀਫ ਕਰਨਾ ਮੈਨੂੰ ਬਹੁਤ ਖੁਸ਼ ਕਰ ਗਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀਆਂ ਇਹ ਤਾਰੀਫਾਂ ਮੇਰੇ ਗਲੇ ਦਾ ਫੰਦਾ ਬਣਨ ਵਾਲੀਆਂ ਹਨ। ਸਮਾਂ ਬੀਤਦਾ ਜਾ ਰਿਹਾ ਸੀ ਅਤੇ ਹੁਣ ਦੀਦੀ ਅਤੇ ਜੀਜੂ ਦੇ ਵਿਆਹ ਨੂੰ 6 ਮਹੀਨੇ ਹੋਣ ਵਾਲੇ ਸਨ। ਜਦੋਂ ਵੀ ਜੀਜੂ ਘਰ ਆਉਂਦੇ ਸਨ ਤਾਂ ਉਹਨਾਂ ਦੇ ਬੁੱਲ੍ਹਾਂ ਤੇ ਬਸ ਇੱਕ ਹੀ ਗੱਲ ਹੁੰਦੀ ਸੀ ਕਿ ਸਾਡੀ ਛੋਟੀ ਬਹੁਤ ਚੰਗੀ ਹੈ। ਜਿਸ ਘਰ ਦੇ ਵਿੱਚ ਵੀ ਜਾਵੇਗੀ ਉਸ ਘਰ ਨੂੰ ਸਵਰਗ ਬਣਾ ਦੇਵੇਗੀ। ਉਸ ਦੀਆਂ ਆਦਤਾਂ ਅਤੇ ਉਸ ਦਾ ਸਭ ਕੁਝ ਬਹੁਤ ਖੂਬਸੂਰਤ ਹੈ। ਅਤੇ ਮੈਂ ਹੱਸ ਪੈਂਦੀ ਸੀ। ਸਾਡੇ ਵਿਚਕਾਰ ਬਹੁਤ ਚੰਗੀ ਦੋਸਤੀ ਹੋ ਗਈ ਸੀ। ਹੁਣ ਮੈਂ ਜੋ ਵੀ ਗੱਲ ਕਰਨੀ ਹੁੰਦੀ ਤਾਂ ਦੀਦੀ ਦੇ ਕੋਲ ਜਾਣ ਦੀ ਥਾਂ ਜੀਜੂ ਦੇ ਕੋਲ ਚਲੀ ਜਾਂਦੀ ਸੀ, ਕਿਉਂਕਿ ਉਹ ਸਾਡੇ ਘਰ ਦੇ ਹੀ ਹੁਣ ਇੱਕ ਮੈਂਬਰ ਬਣ ਚੁੱਕੇ ਸਨ। ਮੈਂ ਉਹਨਾਂ ਦੇ ਸਾਹਮਣੇ ਕੋਈ ਵੀ ਗੱਲ ਕਰਨ ਤੋਂ ਘਬਰਾਉਂਦੀ ਨਹੀਂ ਸੀ। ਜੀਜੂ ਨੇ ਵੀ ਸਾਫ਼ ਕਹਿ ਦਿੱਤਾ ਸੀ ਕਿ ਮੈਂ ਇਸ ਘਰ ਦਾ ਜਵਾਈ ਨਹੀਂ, ਬੇਟਾ ਹਾਂ। ਮੈਨੂੰ ਕਦੇ ਵੀ ਜਵਾਈ ਦੀ ਤਰ੍ਹਾਂ ਨਾ ਸਮਝਿਓ, ਬਲਕਿ ਬੇਟੇ ਦੀ ਤਰ੍ਹਾਂ ਸਮਝੋ। ਉਹਨਾਂ ਦੀਆਂ ਇਹ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਉਹ ਮੇਰੇ ਮੰਮੀ ਪਾਪਾ ਨੂੰ ਬਹੁਤ ਇੱਜ਼ਤ ਦਿੰਦੇ ਸਨ। ਤਾਂ ਅੱਜ ਵੀ ਉਹ ਲੋਕ ਸਾਡੇ ਘਰ ਦੇ ਵਿੱਚ ਆਏ ਹੋਏ ਸਨ ਅਤੇ ਅੱਜ ਉਹਨਾਂ ਨੂੰ ਮੰਮੀ ਨੇ ਘਰ ਹੀ ਰੁਕਣ ਦੇ ਲਈ ਕਿਹਾ ਸੀ। ਲਾਉਂਜ ਦੇ ਵਿੱਚ ਬੈਠੇ ਸਾਰੇ ਗੱਲਾਂ ਕਰ ਰਹੇ ਸਨ ਜਦੋਂ ਅਚਾਨਕ ਜੀਜੂ ਨੇ ਮੇਰਾ ਹੱਥ ਫੜ ਲਿਆ। ਸਾਰਿਆਂ ਦੀ ਨਿਗਾਹ ਇੱਕਦਮ ਉਹਨਾਂ ਤੇ ਚਲੀ ਗਈ। ਉਹ ਮੁਸਕਰਾਉਂਦੇ ਹੋਏ ਬੋਲੇ, ਚਲੋ
ਛੋਟੀ, ਮੈਂ ਅੱਜ ਤੁਹਾਨੂੰ ਇੱਕ ਸਵਾਲ ਕਰਦਾ ਹਾਂ, ਬੁਰਾ ਤਾਂ ਨਹੀਂ ਮੰਨੋਗੇ ਨਾ? ਜੀਜੂ ਦੀ ਗੱਲ ਸੁਣ ਕੇ ਮੈਂ ਫੌਰਨ ਨਾਂ ਦੇ ਵਿੱਚ ਸਿਰ ਹਿਲਾਇਆ ਅਤੇ ਕਿਹਾ ਕਿ ਭਲਾ ਇੰਨੇ ਚੰਗੇ ਜੀਜੂ ਦਾ ਕੌਣ ਬੁਰਾ ਮੰਨ ਸਕਦਾ ਹੈ। ਦੀਦੀ ਵੀ ਮੁਸਕਰਾ ਕੇ ਉਹਨਾਂ ਨੂੰ ਹੀ ਦੇਖ ਰਹੀ ਸੀ ਤਾਂ ਉਹ ਮੁਸਕਰਾਉਂਦੇ ਹੋਏ ਬੋਲੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਵੀ ਵਿਆਹ ਹੋਣਾ ਹੈ, ਤੁਸੀਂ ਦੂਜੇ ਘਰ ਦੇ ਵਿੱਚ ਜਾਣਾ ਹੈ। ਤੁਸੀਂ ਆਪਣਾ ਪਤੀ ਕਿਸ ਤਰ੍ਹਾਂ ਦਾ ਚਾਹੁੰਦੇ ਹੋ? ਮਤਲਬ ਕਿ ਉਹ ਕਿਵੇਂ ਹੋਵੇ, ਉਸ ਦੀਆਂ ਆਦਤਾਂ ਕਿਵੇਂ ਹੋਣ, ਸਭ ਕੁਝ ਦੱਸੋ ਤਾਂ ਕਿ ਸਾਨੂੰ ਲੜਕਾ ਪਾਲਣ ਦੇ ਵਿੱਚ ਆਸਾਨੀ ਹੋਵੇ। ਪਾਪਾ ਦੇ ਸਾਹਮਣੇ ਮੈਨੂੰ ਸ਼ਰਮ ਆ ਰਹੀ ਸੀ। ਮੈਂ ਨਾਂ ਦੇ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਕਿ ਜੋ ਮੰਮੀ ਪਾਪਾ ਦੀ ਪਸੰਦ ਹੋਵੇਗੀ ਉਹੀ ਮੇਰੀ ਪਸੰਦ ਹੋਵੇਗੀ, ਮੇਰੀ ਕੋਈ ਖਾਸ ਡਿਮਾਂਡ ਨਹੀਂ ਹੈ। ਮੇਰੀ ਇਹ ਗੱਲ ਸੁਣ ਕੇ ਅਚਾਨਕ ਜੀਜੂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੁਸਕਰਾਉਂਦੇ ਹੋਏ ਬੋਲੇ, ਪਾਪਾ ਦੀ ਪਰੀ, ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਇਲਾਵਾ ਕਿਤੇ ਵਿਆਹ ਨਹੀਂ ਕਰੋਗੇ, ਪਰ ਤੁਹਾਡੇ ਮਨ ਦੇ ਵਿੱਚ ਵੀ ਕੁਝ ਹੋਵੇਗਾ ਜੋ ਤੁਸੀਂ ਆਪਣੇ ਲਈ ਪਸੰਦ ਕਰਨਾ ਚਾਹੁੰਦੇ ਹੋ। ਦੱਸੋ ਨਾ ਕਿਸ ਤਰ੍ਹਾਂ ਦਾ ਲੜਕਾ ਤੁਹਾਨੂੰ ਪਸੰਦ ਹੈ? ਉਹਨਾਂ ਦੀ ਇਹ ਗੱਲ ਸੁਣ ਕੇ ਪਤਾ ਨਹੀਂ ਅਚਾਨਕ ਮੈਨੂੰ ਕੀ ਹੋਇਆ ਕਿ ਮੈਂ ਉਹਨਾਂ ਦੇ ਵੱਲ ਦੇਖਦੇ ਹੋਏ ਕਿਹਾ ਕਿ ਮੈਨੂੰ ਬਿਲਕੁਲ ਤੁਹਾਡੇ ਵਰਗੇ ਲੜਕੇ ਪਸੰਦ ਹਨ। ਤੁਹਾਡਾ ਵਿਵਹਾਰ, ਤੁਹਾਡਾ ਮੇਰੇ ਮੰਮੀ ਪਾਪਾ ਨੂੰ ਇੱਜ਼ਤ ਦੇਣਾ, ਸਾਰਿਆਂ ਦੇ ਨਾਲ ਪਿਆਰ ਨਾਲ ਗੱਲਾਂ ਕਰਨਾ, ਮੇਰੇ ਦੀਦੀ ਨੂੰ ਖੁਸ਼ ਰੱਖਣਾ, ਮੈਨੂੰ ਇਹ ਸਭ ਕੁਝ ਬਹੁਤ ਪਸੰਦ ਹੈ। ਮੇਰੀ ਵੀ ਇਹੀ ਖੁਆਇਸ਼ ਹੈ ਕਿ ਮੇਰਾ ਪਤੀ ਬਿਲਕੁਲ ਤੁਹਾਡੇ ਵਰਗਾ ਹੋਵੇ। ਮੇਰੀ ਗੱਲ ਸੁਣ ਕੇ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਆ ਗਈ ਸੀ। ਸਭ ਤੋਂ ਜ਼ਿਆਦਾ ਤਾਂ ਜੀਜੂ ਜੀ ਖੁਸ਼ ਦਿਖ ਰਹੇ ਸਨ। ਸਮਾਂ ਬਹੁਤ ਹੋ ਚੁੱਕਿਆ ਸੀ, ਇਸ ਕਰਕੇ ਜੀਜੂ ਅਤੇ ਦੀਦੀ ਸਾਡੇ ਘਰ ਦੇ ਵਿੱਚ ਹੀ ਰੁਕ ਗਏ ਸਨ। ਅਸੀਂ ਉਸ ਰਾਤ ਬਹੁਤ ਲੇਟ ਤੱਕ ਬੈਠ ਕੇ ਗੱਲਾਂ ਬਾਤਾਂ ਮਾਰੀਆਂ ਸਨ। ਰਾਤ ਦਾ ਦੂਜਾ ਪਹਿਰ ਚੱਲ ਰਿਹਾ ਸੀ। ਸਾਰੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਜਾ ਕੇ ਸੌਣ ਦੇ ਲਈ ਲੇਟ ਗਏ ਸਨ। ਗੈਸਟ ਰੂਮ ਦੇ ਵਿੱਚ ਦੀਦੀ ਅਤੇ ਜੀਜੂ ਰੁਕੇ ਸਨ। ਉਹ ਦੋ ਸਨ, ਇਸ ਕਰਕੇ ਉਹ ਸਾਡੇ ਕਮਰੇ ਦੇ ਵਿੱਚ ਨਹੀਂ ਰੁਕ ਸਕਦੇ ਸਨ। ਜੇਕਰ ਇਕੱਲੀ ਦੀਦੀ ਹੁੰਦੀ ਤਾਂ ਉਹ ਮੇਰੇ ਨਾਲ ਹੀ ਰੁਕ ਜਾਂਦੀ। ਮੈਂ ਗੂੜੀ ਨੀਂਦ ਵਿੱਚ ਸੌਂ ਰਹੀ ਸੀ ਜਦੋਂ ਮੈਨੂੰ ਅਚਾਨਕ ਆਪਣੇ ਕੋਲ ਕੋਈ ਖੜਾ ਹੋਇਆ ਮਹਿਸੂਸ ਹੋਇਆ। ਇਸ ਅਹਿਸਾਸ ਦੇ ਕਾਰਨ ਮੇਰੀ ਅੱਖ ਖੁੱਲ ਗਈ, ਪਰ ਕਮਰੇ ਦੇ ਵਿੱਚ ਕੋਈ ਨਹੀਂ ਸੀ। ਫਿਰ ਮੈਨੂੰ ਇਸ ਤਰ੍ਹਾਂ ਕਿਉਂ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਕੋਲ ਖੜਾ ਹੋਵੇ? ਇਹ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆ ਰਹੀ ਸੀ। ਕਾਫੀ ਸਮੇਂ ਤੱਕ ਮੈਂ ਬੈਠ ਕੇ ਇੱਧਰ ਉੱਧਰ ਦੇਖਦੀ ਰਹੀ ਤਾਂ ਕਿ ਪਤਾ ਲੱਗ ਸਕੇ ਕਿ ਕੌਣ ਮੇਰੇ ਕਮਰੇ ਦੇ ਵਿੱਚ ਹੈ, ਪਰ ਅਜਿਹਾ ਕੁਝ ਵੀ ਨਹੀਂ ਸੀ। ਮੈਂ ਇਸ ਨੂੰ ਆਪਣਾ ਵਹਿਮ ਸਮਝ ਕੇ ਦੁਬਾਰਾ ਸੌਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਥੋੜੇ ਸਮੇਂ ਬਾਅਦ ਮੈਨੂੰ ਆਪਣੇ ਸਰੀਰ ਤੇ ਕਿਸੇ ਦਾ ਮਰਦਾਨਾ ਹੱਥ ਮਹਿਸੂਸ ਹੋਇਆ। ਹੁਣ ਮੈਨੂੰ ਘਬਰਾਹਟ ਹੋਣ ਲੱਗੀ। ਠੰਡ ਹੋਣ ਦੇ ਬਾਵਜੂਦ ਮੇਰੇ ਮੱਥੇ ਤੇ ਪਸੀਨਾ ਆ ਗਿਆ ਸੀ। ਮੈਂ ਇੱਕ ਵਾਰ ਫਿਰ ਘਬਰਾ ਕੇ ਉੱਠ ਬੈਠੀ, ਚਾਰੇ ਪਾਸੇ ਦੇਖਿਆ, ਪਰ ਇਸ ਵਾਰ ਵੀ ਕਮਰੇ ਦੇ ਵਿੱਚ ਕੋਈ ਨਹੀਂ ਸੀ। ਮੈਂ ਇਸ ਨੂੰ ਆਪਣਾ ਵਹਿਮ ਸਮਝ ਕੇ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿੱਤਾ। ਅਗਲੀ ਸਵੇਰ ਸਭ ਕੁਝ ਨਾਰਮਲ ਸੀ। ਜੀਜੂ ਅਤੇ ਦੀਦੀ ਸਵੇਰ ਹੁੰਦੇ ਹੀ ਆਪਣੇ ਘਰ ਦੇ ਵੱਲ ਚਲੇ ਗਏ ਸਨ। ਮੰਮੀ ਪਾਪਾ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ ਕਿਉਂਕਿ ਜੀਜੂ ਦਾ ਬਿਜ਼ਨਸ ਸੀ ਜਿਸ ਨੂੰ ਸੰਭਾਲਣਾ ਉਹਨਾਂ ਦੀ ਜ਼ਿੰਮੇਵਾਰੀ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਸਾਡੇ ਘਰ ਦੇ ਵਿੱਚ ਆਉਣਾ ਉਹਨਾਂ ਲਈ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ। 2 ਦਿਨ ਬਾਅਦ ਰਾਤ ਦੇ ਸਮੇਂ ਜੀਜੂ ਘਬਰਾਉਂਦੇ ਹੋਏ ਸਾਡੇ ਘਰ ਦੇ ਵਿੱਚ ਆਏ। ਮੰਮੀ ਪਾਪਾ ਲਾਉਂਜ ਦੇ ਵਿੱਚ ਬੈਠੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਅਤੇ ਮੈਂ ਵੀ ਉਹਨਾਂ ਦੇ ਕੋਲ ਹੀ ਸੀ। ਮੈਂ ਹੀ ਜਾ ਕੇ ਦਰਵਾਜ਼ਾ ਖੋਲ੍ਹਿਆ। ਉਹਨਾਂ ਨੂੰ ਘਬਰਾਇਆ ਹੋਇਆ ਦੇਖ ਕੇ ਮੈਂ ਵੀ ਪਰੇਸ਼ਾਨ ਹੋ ਗਈ। ਉਹ ਮੈਨੂੰ ਦੇਖਦੇ ਹੋਏ ਬੋਲੇ, ਕ੍ਰਿਸ਼ਮਾ ਜਲਦੀ ਨਾਲ ਚੱਲੋ, ਨੇਹਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ, ਐਮਰਜੈਂਸੀ ਹੈ, ਉਹ ਹਸਪਤਾਲ ਦੇ ਵਿੱਚ ਹੈ, ਮੈਂ ਤੁਹਾਨੂੰ ਲੈਣ ਦੇ ਲਈ ਆਇਆ ਹਾਂ। ਇਹ ਸੁਣਦੇ ਹੀ ਮੈਂ ਬੇਚੈਨ ਹੋ ਗਈ। ਮੰਮੀ ਪਾਪਾ ਵੀ ਦਰਵਾਜ਼ੇ ਤੇ ਆ ਗਏ ਅਤੇ ਜੀਜਾ ਜੀ ਨੂੰ ਪੁੱਛਣ ਲੱਗੇ, ਕੀ ਹੋਇਆ, ਸਭ ਕੁਝ ਠੀਕ ਤਾਂ ਹੈ ਨਾ? ਅਸੀਂ ਵੀ ਨਾਲ ਹੀ ਚੱਲਦੇ ਹਾਂ। ਇਹ ਸੁਣ ਕੇ ਜੀਜਾ ਜੀ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹਨਾਂ ਨੇ ਮੰਮੀ ਪਾਪਾ ਨੂੰ ਦੇਖ ਕੇ ਕਿਹਾ, ਨਹੀਂ ਨਹੀਂ, ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ, ਮੈਂ ਅਤੇ ਕ੍ਰਿਸ਼ਮਾ ਸਭ ਕੁਝ ਸੰਭਾਲ ਲਵਾਂਗੇ, ਤੁਸੀਂ ਬਸ ਪ੍ਰਾਰਥਨਾ ਕਰੋ ਕਿ ਸਭ ਕੁਝ ਠੀਕ ਹੋ ਜਾਵੇ। ਮੇਰੇ ਪਾਪਾ ਘਬਰਾ ਰਹੇ ਸਨ ਪਰ ਜੀਜੂ ਨੇ ਬਾਰ-ਬਾਰ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ। ਮੈਂ ਵੀ ਸੋਚਿਆ ਕਿ ਮੰਮੀ ਪਾਪਾ ਉੱਥੇ ਜਾ ਕੇ ਪਰੇਸ਼ਾਨ ਹੋਣਗੇ, ਇਸ ਕਰਕੇ ਮੈਂ ਜੀਜੂ ਦੇ ਨਾਲ ਦੀਦੀ ਦੇ ਕੋਲ ਜਾਣ ਦੇ ਲਈ ਨਿਕਲ ਪਈ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਸਫ਼ਰ ਮੇਰੇ ਲਈ ਕਿੰਨਾ ਖਤਰਨਾਕ ਹੋਣ ਵਾਲਾ ਹੈ। ਮੇਰੇ ਚਿਹਰੇ ਦੀਆਂ ਹਵਾਵਾਂ ਉੱਡੀਆਂ ਹੋਈਆਂ ਸਨ। ਮੈਂ ਆਪਣੀ ਭੈਣ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਮਨ ਹੀ ਮਨ ਪ੍ਰਾਰਥਨਾ ਕਰ ਰਹੀ ਸੀ ਕਿ ਉਹਨਾਂ ਨੂੰ ਕੁਝ ਨਾ ਹੋਵੇ। ਉਹ ਸਾਡੇ ਘਰ ਦੀ ਸਭ ਤੋਂ ਲਾਡਲੀ ਸੀ ਅਤੇ ਅਸੀਂ ਸਾਰੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਗੱਡੀ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਸੀ। ਰਾਤ ਜ਼ਿਆਦਾ ਹੋਣ ਦੇ ਕਾਰਨ ਸੜਕਾਂ ਵੀ ਸੁੰਨੀਆਂ ਸਨ। ਜੀਜੂ ਬਹੁਤ ਹੌਲੀ-ਹੌਲੀ ਗੱਡੀ ਚਲਾ ਰਹੇ ਸਨ। ਮੈਂ ਉਹਨਾਂ ਨੂੰ ਦੇਖਦੇ ਹੋਏ ਕਿਹਾ ਕਿ ਜੀਜੂ, ਇਹ ਤੁਸੀਂ ਕੀ ਕਰ ਰਹੇ ਹੋ? ਗੱਡੀ ਥੋੜੀ ਤੇਜ਼ ਚਲਾਓ।
ਦੀਦੀ ਹਸਪਤਾਲ ਦੇ ਵਿੱਚ ਇਕੱਲੀ ਹੋਵੇਗੀ, ਤੁਸੀਂ ਬਹੁਤ ਹੌਲੀ ਗੱਡੀ ਚਲਾ ਰਹੇ ਹੋ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਦੇ ਹੋਏ ਬੋਲੇ, ਚੱਲ ਰਹੇ ਹਾਂ ਨਾ, ਇੰਨੀ ਵੀ ਜ਼ਿਆਦਾ ਖਰਾਬ ਸਿਹਤ ਨਹੀਂ ਹੈ ਤੁਹਾਡੀ ਦੀਦੀ ਦੀ ਕਿ ਉਹ ਮਰ ਜਾਵੇਗੀ, ਅਸੀਂ ਪਹੁੰਚ ਜਾਵਾਂਗੇ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਾਂਤ ਹੋ ਗਈ ਸੀ। ਉਹ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ? ਮੈਂ ਉਹਨਾਂ ਨੂੰ ਦੇਖਦੀ ਹੋਈ ਬੋਲੀ, ਕੀ ਹੋਇਆ ਹੈ ਤੁਹਾਨੂੰ? ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਗੱਡੀ ਥੋੜੀ ਤੇਜ਼ ਚਲਾਓ, ਉਹ ਮੇਰੀ ਭੈਣ ਹੈ। ਮੈਂ ਆਪਣੀ ਭੈਣ ਦੇ ਬਾਰੇ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੀ। ਮੇਰੀ ਇਹ ਗੱਲ ਸੁਣਦੇ ਹੀ ਅਚਾਨਕ ਜੀਜੂ ਨੇ ਗੱਡੀ ਨੂੰ ਬ੍ਰੇਕ ਮਾਰ ਦਿੱਤੀ। ਮੈਂ ਹੈਰਾਨ ਅਤੇ ਪਰੇਸ਼ਾਨ ਹੋ ਕੇ ਉਹਨਾਂ ਦੇ ਇਸ ਬਦਲੇ ਹੋਏ ਵਿਵਹਾਰ ਨੂੰ ਦੇਖ ਰਹੀ ਸੀ। ਉਹ ਘਰ ਦੇ ਵਿੱਚ ਇੱਕ ਅਲੱਗ ਇਨਸਾਨ ਸਨ ਅਤੇ ਹੁਣ ਇੱਥੇ ਉਹਨਾਂ ਦਾ ਇੱਕ ਅਲੱਗ ਹੀ ਰੂਪ ਦੇਖਣ ਨੂੰ ਮਿਲ ਰਿਹਾ ਸੀ। ਉਹਨਾਂ ਨੇ ਮੈਨੂੰ ਦੇਖਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਇੰਨੀ ਜਲਦੀ ਹੈ ਤਾਂ ਤੁਸੀਂ ਖੁਦ ਗੱਡੀ ਚਲਾ ਲਓ, ਮੈਂ ਇਸ ਤਰ੍ਹਾਂ ਹੀ ਗੱਡੀ ਚਲਾਵਾਂਗਾ। ਜੇਕਰ ਮੇਰੇ ਨਾਲ ਨਹੀਂ ਜਾਣਾ ਚਾਹੁੰਦੀ ਤਾਂ ਇਕੱਲੀ ਚਲੀ ਜਾਓ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਉਹਨਾਂ ਨੂੰ ਦੇਖਦੀ ਹੋਈ ਇੱਕ ਵਾਰ ਫਿਰ ਬੋਲੀ, ਤੁਹਾਨੂੰ ਕੀ ਹੋ ਗਿਆ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਤੁਸੀਂ ਹੀ ਤਾਂ ਕਿਹਾ ਸੀ ਕਿ ਦੀਦੀ ਦੀ ਸਿਹਤ ਬਹੁਤ ਖਰਾਬ ਹੈ, ਤਾਂ ਫਿਰ ਇਹ ਸਭ ਤਮਾਸ਼ਾ ਕਿਉਂ? ਮੇਰੀ ਗੱਲ ਸੁਣ ਕੇ ਅਚਾਨਕ ਉਹਨਾਂ ਨੇ ਮੇਰੀ ਗਰਦਨ ਤੇ ਹੱਥ ਰੱਖਿਆ ਤੇ ਮੈਨੂੰ ਆਪਣੇ ਨੇੜੇ ਕਰਦੇ ਹੋਏ ਬੋਲੇ, ਤੁਹਾਡੀ ਦੀਦੀ ਘਰ ਦੇ ਵਿੱਚ ਬਿਲਕੁਲ ਠੀਕ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਸਭ ਕੁਝ ਬੁਰਾ ਲੱਗੇਗਾ, ਪਰ ਮੈਂ ਮਜਬੂਰ ਹਾਂ। ਜਦੋਂ ਤੋਂ ਮੈਂ ਤੁਹਾਡੀ ਆਵਾਜ਼ ਸੁਣੀ ਹੈ, ਤੁਹਾਡੇ ਲਈ ਪਾਗਲ ਹੋ ਗਿਆ ਹਾਂ। ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਨੂੰ ਆਪਣੀ ਪਸੰਦ ਤੇ ਬਹੁਤ ਪਛਤਾਵਾ ਹੋਇਆ ਕਿ ਕਾਸ਼ ਮੈਂ ਆਪਣੀ ਪਤਨੀ ਦੀ ਛੋਟੀ ਭੈਣ ਦੇ ਨਾਲ ਵਿਆਹ ਕਰ ਲੈਂਦਾ, ਤਾਂ ਅੱਜ ਮੈਨੂੰ ਇਹ ਕਦਮ ਨਹੀਂ ਚੱਕਣਾ ਪੈਂਦਾ। ਇਹ ਕਹਿ ਕੇ ਹੀ ਉਹ ਮੇਰੇ ਬੁੱਲਾਂ ਦੇ ਨੇੜੇ ਹੋਏ। ਮੇਰੇ ਸਾਹ ਅੰਦਰ ਹੀ ਅੜਕ ਗਏ। ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ। ਮੈਂ ਆਪਣੇ ਆਪ ਨੂੰ ਜੀਜੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਘਬਰਾਈ ਹੋਈ ਨੇ ਕਿਹਾ ਕਿ ਤੁਸੀਂ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਮੈਂ ਤੁਹਾਡੀ ਛੋਟੀ ਭੈਣ ਦੀ ਤਰ੍ਹਾਂ ਹਾਂ। ਮੇਰੀ ਇਹ ਗੱਲ ਸੁਣ ਕੇ ਉਹਨਾਂ ਨੇ ਅਚਾਨਕ ਮੈਨੂੰ ਪਿੱਛੇ ਦੇ ਵੱਲ ਖਿੱਚ ਕੇ ਗੱਡੀ ਦੀ ਪਿਛਲੀ ਸੀਟ ਤੇ ਲਿਟਾ ਦਿੱਤਾ ਅਤੇ ਬੋਲੇ, ਤੁਸੀਂ ਮੇਰੀ ਭੈਣ ਨਹੀਂ, ਤੁਸੀਂ ਮੇਰੀ ਸਾਲੀ ਹੋ ਅਤੇ ਵੈਸੇ ਵੀ ਸਾਲੀ ਅੱਧੀ ਘਰ ਵਾਲੀ ਹੁੰਦੀ ਹੈ। ਜੇਕਰ ਤੁਸੀਂ ਮੇਰੇ ਮਨ ਨੂੰ ਥੋੜੀ ਸ਼ਾਂਤੀ ਦੇ ਦਿਓਗੇ ਤਾਂ ਤੁਹਾਡਾ ਕੁਝ ਨਹੀਂ ਜਾਵੇਗਾ। ਜੇਕਰ ਤੁਸੀਂ ਮੇਰੇ ਨਾਲ ਪਿਆਰ ਨਾਲ ਸਭ ਕੁਝ ਕਰ ਲਓਗੇ ਤਾਂ ਤੁਹਾਡੇ ਲਈ ਚੰਗਾ ਹੋਵੇਗਾ, ਨਹੀਂ ਤਾਂ ਮੇਰੇ ਤੋਂ ਵੱਡਾ ਜਾਨਵਰ ਕੋਈ ਨਹੀਂ ਹੈ। ਇਹ ਕਹਿੰਦੇ ਹੋਏ ਉਹ ਮੇਰੇ ਨਾਲ ਬਦਤਮੀਜ਼ੀ ਕਰਨ ਲੱਗੇ। ਜਿਵੇਂ ਹੀ ਉਹਨਾਂ ਨੇ ਮੇਰੇ ਮੋਢੇ ਤੋਂ ਮੇਰੀ ਸ਼ਰਟ ਹਟਾਈ ਤਾਂ ਮੇਰੀ ਜਾਨ ਹਲਕ ਦੇ ਵਿੱਚ ਆ ਗਈ। ਮੈਨੂੰ ਆਪਣੀ ਇੱਜ਼ਤ ਬਿਲਕੁਲ ਵੀ ਸੁਰੱਖਿਅਤ ਨਹੀਂ ਲੱਗ ਰਹੀ ਸੀ। ਮੈਂ ਉਹਨਾਂ ਦੇ ਸਾਹਮਣੇ ਹੱਥ ਜੋੜਦੇ ਹੋਏ ਕਿਹਾ, ਰੱਬ ਦਾ ਵਾਸਤਾ ਮੇਰੇ ਨਾਲ ਇਸ ਤਰ੍ਹਾਂ ਦਾ ਜੁਰਮ ਨਾ ਕਰੋ। ਮੈਂ ਤੁਹਾਡੀ ਪਤਨੀ ਦੀ ਭੈਣ ਹਾਂ, ਕੁਝ ਤਾਂ ਮੇਰੀ ਇੱਜ਼ਤ ਦਾ ਖਿਆਲ ਕਰੋ। ਪਰ ਉਹਨਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਉਹ ਮੈਨੂੰ ਮੇਰੇ ਹੀ ਘਰ ਦੇ ਵਿੱਚੋਂ ਚੱਕ ਕੇ ਲੈ ਗਏ ਅਤੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਮੈਂ ਰੋਂਦੀ ਰਹੀ, ਚੀਕਦੀ ਰਹੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਹ ਮੈਨੂੰ ਬੇਜਾਨ ਹਾਲਤ ਦੇ ਵਿੱਚ ਛੱਡ ਕੇ ਗੱਡੀ ਤੋਂ ਬਾਹਰ ਚਲੇ ਗਏ। ਮੇਰੇ ਵਿੱਚ ਇੰਨੀ ਤਾਕਤ ਵੀ ਨਹੀਂ ਬਚੀ ਸੀ ਕਿ ਮੈਂ ਆਪਣੇ ਆਪ ਨੂੰ ਠੀਕ ਕਰ ਸਕਾਂ। ਮੈਨੂੰ ਪਤਾ ਲੱਗ ਰਿਹਾ ਸੀ ਕਿ ਉਹ ਗੱਡੀ ਤੋਂ ਬਾਹਰ ਖੜ ਕੇ ਸਿਰਗਟ ਪੀ ਰਹੇ ਸਨ। ਥੋੜੇ ਸਮੇਂ ਬਾਅਦ ਉਹ ਗੱਡੀ ਦੇ ਅੰਦਰ ਆਈ ਤੇ ਮੈਨੂੰ ਦੇਖਦੇ ਹੋਏ ਬੋਲੇ ਕਿ ਜੇਕਰ ਤੁਸੀਂ ਕਿਸੇ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਡਾ ਕਤਲ ਕਰ ਦਿਆਂਗਾ। ਇਸ ਤੋਂ ਇਲਾਵਾ ਮੈਂ ਤੁਹਾਡੀ ਭੈਣ ਨੂੰ ਪਾਗਲ ਬਣਾ ਦਿਆਂਗਾ ਅਤੇ ਉਸ ਨੂੰ ਘਰ ਤੋਂ ਕੱਢ ਦਿਆਂਗਾ ਅਤੇ ਇਸ ਨੂੰ ਤਲਾਕ ਦੇ ਕੇ ਉਸ ਨਾਲੋਂ ਹਮੇਸ਼ਾ ਦੇ ਲਈ ਰਿਸ਼ਤਾ ਤੋੜ ਦਿਆਂਗਾ। ਮੇਰਾ ਗੁੱਸਾ 7ਵੇਂ ਸਮਾਨ ਤੇ ਪਹੁੰਚ ਗਿਆ ਸੀ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਜੋ ਅੱਜ ਮੇਰੇ ਨਾਲ ਹੋਇਆ ਉਹ ਮੈਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਚੁੱਪੀ ਵੱਟ ਰੱਖੀ ਸੀ ਅਤੇ ਮੈਂ ਸਿਰ ਝੁਕਾ ਕੇ ਬੈਠੀ ਰਹੀ। ਉਹਨਾਂ ਨੇ ਮੈਨੂੰ ਘਰ ਦੇ ਦਰਵਾਜ਼ੇ ਤੇ ਛੱਡਿਆ ਤੇ ਉਹ ਆਪਣੇ ਘਰ ਚਲੇ ਗਏ ਤਾਂ ਮੈਂ ਬਿਨਾਂ ਸੋਚੇ ਸਮਝੇ ਸਾਰੀ ਗੱਲ ਆਪਣੇ ਮਾਤਾ ਪਿਤਾ ਦੇ ਸਾਹਮਣੇ ਖੋਲ ਦਿੱਤੀ। ਮੇਰੇ ਪਾਪਾ ਮੈਨੂੰ ਹੈਰਾਨ ਹੋ ਕੇ ਦੇਖ ਰਹੇ ਸਨ, ਪਰ ਮੇਰੀ ਹਾਲਤ ਖੁਦ ਹੀ ਦੱਸ ਰਹੀ ਸੀ ਕਿ ਮੈਂ ਝੂਠ ਨਹੀਂ ਬੋਲ ਰਹੀ। ਉਸੇ ਸਮੇਂ ਹੀ ਮੇਰੀ ਮਾਂ ਨੇ ਦੀਦੀ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸ ਦਿੱਤੀ। ਮੈਨੂੰ ਲੱਗਿਆ ਸੀ ਕਿ ਦੀਦੀ ਸਾਡੇ ਨਾਲੋਂ ਰਿਸ਼ਤਾ ਤੋੜ ਦੇਵੇਗੀ ਕਿਉਂਕਿ ਮੈਨੂੰ ਉਹਨਾਂ ਦਾ ਪਾਗਲਪਨ ਯਾਦ ਸੀ, ਪਰ ਅਜਿਹਾ ਕੁਝ ਨਹੀਂ ਸੀ ਹੋਇਆ। ਅਗਲੀ ਸਵੇਰ ਹੀ ਦੀਦੀ ਘਰ ਵਾਪਸ ਆ ਗਈ ਅਤੇ ਰੋਂਦੀ ਹੋਈ ਨੇ ਪਾਪਾ ਦੇ ਸਾਹਮਣੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਹਰ ਇੱਕ ਚੀਜ਼ ਬਰਦਾਸ਼ਤ ਕਰ ਸਕਦੀ ਹਾਂ, ਪਰ ਜੋ ਹਰਕਤ ਰਾਜ ਨੇ ਕੀਤੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਮਾਫ਼ ਨਹੀਂ ਕੀਤਾ ਜਾਵੇਗਾ। ਤੁਰੰਤ ਤਲਾਕ ਦੇ ਪੇਪਰ ਤਿਆਰ ਕੀਤੇ ਜਾਣ ਅਤੇ ਫਿਰ ਅਸੀਂ ਪੁਲਿਸ ਦੇ ਵਿੱਚ ਰੇਪ ਦੀ FIR ਦਰਜ ਕਰਵਾਵਾਂਗੇ। ਮੈਂ ਆਪਣੀ ਭੈਣ ਨੂੰ ਦੇਖ ਰਹੀ ਸੀ। ਮੈਨੂੰ ਉਸ ਦੀਆਂ ਗੱਲਾਂ ਤੇ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ। ਮੈਂ ਹੈਰਾਨ ਸੀ। ਉਹ ਮੇਰੇ ਲਈ ਆਪਣਾ ਪਿਆਰ ਛੱਡ ਰਹੀ ਸੀ, ਪਰ ਅਜਿਹਾ ਨਹੀਂ ਸੀ। ਦੀਦੀ ਨੇ ਸਾਨੂੰ ਦੱਸਿਆ ਕਿ ਰਾਜ ਨੇ ਪਹਿਲਾਂ ਵੀ ਕਈ ਵਾਰ ਗੱਲਾਂ ਦੇ ਵਿੱਚ ਮੈਨੂੰ ਆਪਣੀ ਪਸੰਦ ਦੱਸੀ ਸੀ, ਪਰ ਮੈਂ ਇਸ ਨੂੰ ਹਮੇਸ਼ਾ ਮਜ਼ਾਕ ਦੇ ਵਿੱਚ ਲੈ ਲੈਂਦੀ ਸੀ। ਹੁਣ ਉਹਨਾਂ ਦੀ ਅਸਲੀਅਤ ਸਾਡੇ ਸਾਹਮਣੇ ਆ ਚੁੱਕੀ ਸੀ। ਦੀਦੀ ਦੇ ਇਸ ਲਏ ਹੋਏ ਫੈਸਲੇ ਨੇ ਸਾਨੂੰ ਇੱਕ ਵੱਡੇ ਨੁਕਸਾਨ ਤੋਂ ਬਚਾ ਲਿਆ ਸੀ। ਉਹਨਾਂ ਨੇ ਤਲਾਕ ਲੈ ਲਿਆ ਅਤੇ ਉਹਨਾਂ ਦੇ ਖਿਲਾਫ ਇੱਕ ਕੇਸ ਵੀ ਕਰਵਾ ਦਿੱਤਾ, ਪਰ ਅੱਜ ਵੀ ਮੈਂ ਬਹੁਤ
ਦੁੱਖ ਮਹਿਸੂਸ ਕਰਦੀ ਹਾਂ। ਮੇਰੀ ਇੱਜ਼ਤ ਵੀ ਚਲੀ ਗਈ ਅਤੇ ਦੀਦੀ ਦਾ ਘਰ ਵੀ ਉੱਜੜ ਗਿਆ ਸੀ। ਮੈਂ ਬਹੁਤ ਜ਼ਿਆਦਾ ਡਰ ਗਈ ਸੀ। ਜੋ ਪਹਿਲਾਂ ਹੀ ਕਿਸੇ ਨਾਲ ਮੈਂ ਗੱਲਾਂ ਨਹੀਂ ਕਰਦੀ ਸੀ, ਹੁਣ ਮੈਂ ਹੋਰ ਵੀ ਜ਼ਿਆਦਾ ਚੁੱਪ ਹੋ ਗਈ ਹਾਂ। ਮੇਰੇ ਮੰਮੀ ਪਾਪਾ ਅਤੇ ਦੀਦੀ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਮੈਂ ਕੁਝ ਵੀ ਨਹੀਂ ਕਹਿੰਦੀ ਹਾਂ। ਉੱਪਰੋਂ ਪਰਮਾਤਮਾ ਨੇ ਮੇਰੇ ਤੇ ਇੱਕ ਹੋਰ ਜ਼ੁਲਮ ਕਰ ਦਿੱਤਾ ਸੀ। ਮੈਂ ਪ੍ਰੈਗਨੈਂਟ ਹੋ ਗਈ ਸੀ ਅਤੇ ਇਹ ਗੱਲ ਮੇਰੇ ਘਰ ਵਾਲਿਆਂ ਨੂੰ ਵੀ ਪਤਾ ਸੀ। ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਜ਼ਿੰਦਗੀ ਨੇ ਮੈਨੂੰ ਇੰਨਾ ਸਿਖਾ ਦਿੱਤਾ ਸੀ ਕਿ ਕਿਸੇ ਤੇ ਵੀ ਜੀਵਨ ਦੇ ਵਿੱਚ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਰਿਸ਼ਤਿਆਂ ਦੇ ਵਿੱਚ ਆਪਣੀ ਹੱਦ ਬਣਾ ਕੇ ਰੱਖਣੀ ਚਾਹੀਦੀ ਹੈ, ਚਾਹੇ ਰਿਸ਼ਤਾ ਕੋਈ ਵੀ ਹੋਵੇ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।